ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 1123 ਅੰਗ ਦੇ ਉੱਤੇ ਇਹ 1123 ਉੱਥੋਂ ਕਬੀਰ ਜੀ ਦਾ ਦੂਸਰਾ ਸ਼ਬਦ ਲੈ ਰਹੇ ਕਿਦਾਰਾ ਰਾਗ ਦੇ ਵਿੱਚ। ਕਿਨਹੀ ਬਣ ਜਿਆ ਕਾਂਸੀ ਤਾਂਬਾ, किन्हीं लौंग सुपारी, संत हो बन जिया नाम गोबिंद का, ऐसी खेप हमारी। ਇਹਦੇ ਵਿੱਚ ਜਿਹੜੇ ਹੈਗੇ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਆ ਕਿ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਆਪਾਂ ਦੁਨੀਆ 'ਚ ਆਏ ਕਿਉਂ ਹੈਗੇ ਆ। ਆਪਾਂ ਦੁਨੀਆ 'ਚ ਕੋਈ ਬਿਜ਼ਨਸ ਕਰਨ ਦੇ ਵਾਸਤੇ ਆਏ ਹਾਂ, ਕੋਈ ਵਣਜ ਕਰਨ ਦੇ ਵਾਸਤੇ ਆਏ ਹਾਂ। ਔਰ ਉਹ ਜਿਹੜਾ ਹੈਗਾ ਔਰ ਦੁਨੀਆ ਦੇ ਵਿੱਚ ਆਪਾਂ ਵਿਹਲੇ ਤਾਂ ਬੈਠਦੇ ਨਹੀਂ ਆ, ਕੋਈ ਨਾ ਕੋਈ ਵਣਜ ਤਾਂ ਆਪਾਂ ਕਰਦੇ ਹੀ ਕਰਦੇ ਹਾਂ। ਕੁਛ ਨਾ ਕੁਛ ਤਾਂ ਆਪਾਂ ਬਿਹਾਜਦੇ ਹੀ ਹੈਗੇ ਹਾਂ। ਔਰ ਕਬੀਰ ਜੀ ਕਹਿ ਰਹੇ ਆ ਕਿ ਕਿਸੇ ਨੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਆ ਕੇ ਕਾਂਸੀ ਜਿਹੜਾ ਹੈਗਾ ਕਹਿਹਾਂ ਅਤੇ ਤਾਂਬਾ ਜਿਹੜਾ ਹੈਗਾ ਤਾਂਬੇ ਦੇ ਭਾਂਡੇ ਹੁੰਦੇ ਆ। ਇਹ ਤਾਂਬਾ ਜਿਹੜਾ ਹੁੰਦਾ ਥੋੜ੍ਹਾ ਜਿਹਾ ਜਿਹੜਾ ਹੈਗਾ ਲਾਲੀ 'ਤੇ ਹੁੰਦਾ ਹੈ। ਪਿੱਤਲ ਜਿਹੜਾ ਹੈਗਾ ਥੋੜ੍ਹਾ ਪੀਲੇਪਨ ਦੇ ਉੱਤੇ ਹੁੰਦਾ ਹੈ। ਔਰ ਕਾਂਸੀ ਜਿਹੜੀ ਹੈਗੀ ਇਹ ਵੀ ਇੱਕ ਧਾਤ ਹੁੰਦੀ ਆ। ਅੱਜ ਕੱਲ੍ਹ ਜਿਹੜੇ ਹੈਗੇ ਕਾਂਸੀ ਜਿਹੜੀ ਹੈਗੀ ਕਹਿਹਾਂ ਜਿਹੜਾ ਹੈਗਾ ਜ਼ਿਆਦਾ ਯੂਜ਼ ਨਹੀਂ ਕਰਦੇ ਆਪਾਂ। ਅੱਗੇ ਜਿਹੜੇ ਕਹੇ ਦੇ ਛੰਨੇ ਹੁੰਦੇ ਸੀਗੇ ਉਹਨੂੰ ਜਿੰਨਾ ਵੀ ਰਗੜੋ ਉਹਦੇ ਵਿੱਚੋਂ ਜਿਹੜਾ ਹੈਗਾ ਹੱਥ ਨੂੰ ਕਾਲਕ ਲੱਗਦੀ ਸੀਗੀ। ਔਰ ਪਿੱਤਲ ਦੇ ਭਾਂਡੇ ਜਿਹੜੇ ਸੀ ਉਹਨਾਂ ਨੂੰ ਕਲਈ ਕਰਾਉਣੀ ਪੈਂਦੀ ਸੀਗੀ, ਕਿਉਂਕਿ ਪਿੱਤਲ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਉਹ ਜਿਹੜਾ ਹੈਗਾ ਉਹ ਘਾਹ ਦੇ ਰੰਗ ਦਾ ਜਿਹੜਾ ਹੈਗਾ ਉਹ ਨੀਲਾ ਜਾਂ ਮਾਰੇ ਰੰਗ ਦਾ ਉਹਦੇ 'ਚ ਵੀ ਜਿਹੜਾ ਹੈਗਾ ਖਰਾਬ ਹੋ ਜਾਂਦਾ ਜੇ ਉਹਨੂੰ ਉਸ ਤਰ੍ਹਾਂ ਹੀ ਕੋਈ ਚੀਜ਼ ਪਈ ਰਹੇ। ਅੱਜ ਕੱਲ੍ਹ ਤਾਂ ਜਿਹੜੇ ਹੈਗੇ ਉਹਨਾਂ ਦੇ ਇਹ ਭਾਂਡੇ ਜਿਹੜੇ ਹੈਗੇ ਜ਼ਿਆਦਾਤਰ ਅਲੋਪ ਹੀ ਹੋ ਗਏ ਆ। ਬਾਬਾ ਕਲੀ ਕਿਹਨੂੰ ਕਹਿੰਦੇ? ਪੋਲਿਸ਼ ਨੂੰ? ਕਲੀ ਜਿਹੜੇ ਹੈਗੇ ਉਹਦੇ ਉੱਤੇ ਜਿਹੜਾ ਹੈਗਾ ਟਿਨ ਮੈਟਲ ਹੁੰਦੀ ਹੈ, ਟਿਨ ਹੁੰਦਾ ਹੈ। ਉਹ ਟਿਨ ਦੀ ਉਹਦੇ ਉੱਤੇ ਜਿਹੜੀ ਹੈਗੀ ਆ ਲੇਪ ਕਰ ਦਿੰਦੇ, ਪਰਤ ਚੜਾ ਦਿੰਦੇ ਆ। ਪਹਿਲਾਂ ਕਲਈ ਕਰਨ ਵਾਲੇ ਆਉਂਦੇ ਸੀਗੇ, ਉਹ ਬਾਹਰ ਜਿਹੜੇ ਹੈਗੇ ਸਾਰੇ ਲੋਕੀ ਆਪਣੇ ਭਾਂਡੇ ਲਿਆ ਕੇ ਢੇਰੀਆਂ ਲਾ ਦਿੰਦੇ ਸੀ ਔਰ ਉਹ ਸਾਰਿਆਂ ਦੇ ਭਾਂਡੇ ਜਿਹੜੇ ਆ ਕਲਈ ਕਰਦੇ, ਅੰਦਰਲੇ ਖਾਤੇ ਅੰਦਰ ਕਲਈ ਕਰ ਦਿੰਦੇ ਸੀ ਭਾਂਡੇ ਦੇ। ਠੀਕ ਹੈ ਜੀ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕਬੀਰ ਜੀ ਕਹਿੰਦੇ ਹਰੇਕ ਇਨਸਾਨ ਦੁਨੀਆ ਦੇ ਵਿੱਚ ਆ ਕੇ ਜਿਹੜਾ ਹੈਗਾ ਆਪੋ ਆਪਣਾ ਜਿਹੜਾ ਹੈਗਾ ਬਿਜ਼ਨਸ ਕਰਦਾ ਹੈ, ਪਰ ਪਰਮਾਤਮਾ ਵੱਲੋਂ ਜਿਹੜਾ ਹੈਗਾ ਆਪਾਂ ਨੂੰ ਦੁਨੀਆ ਦੇ ਵਿੱਚ ਆਏ ਆ ਅਤੇ ਆਪਾਂ ਨੂੰ ਸਵਾਸ ਦਿੱਤੇ ਆ, ਇਹ ਸਰੀਰ ਦਿੱਤਾ ਹੋਇਆ ਆ। ਇਹ ਸਵਾਸਾਂ ਦਾ ਧਨ ਆਪਾਂ ਨੂੰ ਦਿੱਤਾ ਹੈ, ਮਾਲਕ ਨੇ ਦਿੱਤਾ ਹੈ ਇਸ ਵਾਸਤੇ ਕਿ ਗੇਮ ਪਾਈਏ। ਮਾਲਕ ਕਹਿੰਦਾ ਬਈ ਤੂੰ ਜਿਹੜਾ ਹੈਗਾ ਇਹ ਸਰੀਰ ਨਹੀਂ ਹੈਗਾ, ਮੈਂ ਤੈਨੂੰ ਸਰੀਰ ਦੇ ਵਿੱਚ ਭੇਜਿਆ ਹੈਗਾ। ਇਹ ਸਰੀਰ ਜਿਹੜਾ ਹੈਗਾ ਤੈਨੂੰ ਮੈਂ ਸਰੀਰ ਦੇ ਵਿੱਚ ਅਟੈਚ ਕਰ ਦਿੱਤਾ ਆ, ਔਰ ਤੇਰੇ ਕੋਲ ਜਿੰਨੀ ਉਮਰ ਹੈਗੀ ਇੰਨੀ ਉਮਰ ਤੇਰੇ ਕੋਲ ਇਸ ਗੇਮ 'ਚੋਂ ਬਾਹਰ ਆਉਣ ਦੀ ਹੈਗੀ। ਮੈਂ ਤੈਨੂੰ ਜਿਹੜਾ ਹੈਗਾ ਇਹ ਕਰਮਾਂ ਦੇ ਅਧੀਨ ਜਿਹੜਾ ਹੈਗਾ ਜੋ ਕੁਛ ਵੀ ਤੂੰ ਕਰੇਗਾ ਉਸ ਕਰਮਾਂ ਦਾ ਫਲ ਤੈਨੂੰ ਲੈਣਾ ਪਊਗਾ। ਉਹਦੇ ਅਨੁਸਾਰ ਜਿਹੜਾ ਹੈਗਾ 84 ਲੱਖ ਜੂਨਾਂ ਹੈਗੀਆਂ ਔਰ ਉਹਦੇ ਵਿੱਚ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਜਾਣਾ ਪਊਗਾ। ਜੇ ਤੂੰ ਨਿਕਲਣਾ ਚਾਹੁੰਦਾ ਹੈ ਤਾਂ ਆ ਮਨੁੱਖਾ ਜੂਨ ਹੈਗੀ ਆ, ਇਹਦੇ ਵਿੱਚ ਤੂੰ ਜਿਹੜਾ ਹੈਗਾ ਆਪਣੇ ਆਪ ਨੂੰ ਬੁੱਝ ਕੇ ਤੂੰ ਮੇਰਾ ਰੂਪ ਹੈਗਾ ਆ, ਤੂੰ ਮੇਰੇ ਵਰਗਾ ਹੀ ਹੈਗਾ ਆ, ਇਸ ਨੂੰ ਬੁੱਝਣਾ ਆ ਗੇਮ ਹੈਗੀ। ਕੋਈ ਟਾਵੇਂ ਜਿਹੜੇ ਹੈਗੇ ਸੰਤ ਜਿਹੜੇ ਹੈਗੇ ਉਹਨਾਂ ਨੂੰ ਸੰਤ ਕਹਿੰਦੇ ਆ, ਸਾਧੂ ਕਹਿ ਰਹੇ ਕਬੀਰ ਜੀ, ਸਾਧਨਾ ਕਰਨ ਵਾਲੇ ਕਹਿ ਰਹੇ ਆ। ਉਹ ਜਿਹੜੇ ਹੈਗੇ ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸੰਤ ਜਿਹੜੇ ਹੈਗੇ ਉਹ ਨਾਮ ਦਾ, ਉਹ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਦੇ ਆ, ਕਿਉਂਕਿ ਉਹ ਇਸ ਗੇਮ 'ਚੋਂ ਬਾਹਰ ਆਉਣਾ ਚਾਹੁੰਦੇ ਆ। ਕਬੀਰ ਜੀ ਕਹਿੰਦੇ ਮੈਂ ਵੀ ਜਿਹੜਾ ਹੈਗਾ ਇਹੀ ਕੰਮ ਕੀਤਾ ਆ,
ਮੈਂ ਵੀ ਇਹੀ ਨਾਮ ਧਨ ਹੀ ਇਕੱਠਾ ਕੀਤਾ ਹੈ। ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਇਹ ਨਾਮ ਗੋਬਿੰਦ ਕਾ ਕੀ ਹੁੰਦਾ ਹੈ? ਨਾਮ ਗੋਬਿੰਦ ਕਾ ਹੁੰਦਾ ਆ ਆਪਣੇ ਸਵਾਸ ਜਿਹੜੇ ਹੈਗੇ ਧਿਆਨ ਸਿਮਰਨਾ। ਇਹ ਜਿਹੜੇ ਵਿਚਾਰ ਮਾਲਕ ਨੇ ਆਪਾਂ ਨੂੰ ਵਿਚਾਰਾਂ ਦੇ ਵਿੱਚ ਪਾਇਆ ਆ, ਆਕਾਰ ਦੇ ਵਿੱਚ, ਸੰਸਾਰ ਦੇ ਵਿੱਚ। ਇਹਦੇ ਵਿਚਾਰ ਜੇ ਆਪਾਂ ਇਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਾਂਗੇ, ਆਪਣੇ ਵਿਚਾਰਾਂ ਨੂੰ ਰੋਕਾਂਗੇ, ਅਤੇ ਆਪਣੇ ਅੰਦਰ ਜਿਹੜਾ ਹੈਗਾ ਸੁਣਨ ਆਉਂਦਾ, ਸੁਣਨ ਆਉਂਦੀ ਹੈ, ਵਿਚਾਰ ਸੁਣਨੇ। ਉਹਦੇ ਨਾਲ ਕੀ ਹੁੰਦਾ ਹੈ? ਸੁਣਨ ਦੇ ਨਾਲ ਜਿਹੜਾ ਹੈਗਾ ਆਪਣੇ ਅੰਦਰ ਜਿਹੜੇ ਹੈਗੇ ਸੰਸਕਾਰ ਜਿਹੜੇ ਮਿਟਦੇ ਹੈਗੇ, ਆਪਾਂ ਰੀਬਿਲਟ ਹੁੰਦੇ ਹਾਂ। ਇਹ ਸੰਸਕਾਰ ਮਿਟਦੇ ਆ ਔਰ ਆਪਾਂ ਨੂੰ ਪਤਾ ਨਹੀਂ ਲੱਗਦਾ। ਆਪਾਂ ਸੁਣ ਦੇ ਵਿੱਚ ਜਦ ਮਾੜਾ ਜਿਹਾ ਵੀ ਬੈਠਦੇ ਹਾਂ ਸੁਣ ਦੇ ਵਿੱਚ, ਅਤੇ ਸਮਝ ਲਓ ਕਿ ਕੁਛ ਨਾ ਕੁਛ ਆਪਣੇ ਅੰਦਰੋਂ ਜਿਹੜੀਆਂ ਕੁਛ ਫਾਈਲਾਂ ਜਿਹੜੀਆਂ, ਕੁਛ ਕਰਮ ਜਿਹੜੇ ਹੈਗੇ ਉਹ ਡਿਲੀਟ ਹੋ ਜਾਂਦੇ ਆ। ਔਰ ਆਪਾਂ ਜਿਹੜੇ ਹੈਗੇ ਉਹ ਧਨ, ਇਹਨੂੰ ਕਹਿੰਦੇ ਆ ਨਾਮ ਦਾ ਧਨ। ਇਹ ਨਾਮ ਧਨ ਬਣ ਜਾਣ ਵਾਸਤੇ ਆਏ ਆ। ਔਰ ਉਹ ਜੋ ਵੀ ਆਪਾਂ ਨੇ ਆਪਣੇ ਅੰਦਰ ਚੇਂਜ ਆਇਆ ਹੈ, ਜੋ ਵੀ ਕੁਛ ਆਪਣੇ ਅੰਦਰ ਜਿਹੜਾ ਹੈਗਾ ਆਪਣੇ ਅੰਦਰ ਜਿਹੜੇ ਆਪਣੇ ਸੰਸਕਾਰ ਜਿਹੜੇ ਮਿਟੇ ਆ, ਅਤੇ ਇਹ ਨਾਮ ਧਨ ਆਪਣੇ ਅੰਦਰ ਆਪਣੇ ਅੰਦਰ ਆਪਣੇ ਕਰੈਕਟਰ ਦੇ ਵਿੱਚ ਜਿਹੜਾ ਹੈਗਾ ਕੁਛ ਨਾ ਕੁਛ ਚੇਂਜ ਆ ਗਿਆ ਹੈ। ਆਪਾਂ ਨੂੰ ਨਹੀਂ ਪਤਾ ਕਿ ਕੀ ਚੇਂਜ ਆਇਆ ਹੈ। ਔਰ ਇਹ ਐਸਾ ਹੈ ਕਿ ਆਪਾਂ ਜਿਹੜੇ ਹੈਗੇ ਆ ਮਾਲਕ ਦੇ ਵੱਲ ਨੂੰ ਜਿਹੜੇ ਹੈਗੇ ਆਪਾਂ ਗਤੀ ਕਰ ਗਏ, ਥੋੜ੍ਹਾ ਜਿਹਾ ਉਸ ਪਾਸੇ ਨੂੰ ਹੋ ਜਾਂਦੇ ਆ, ਆਪਾਂ ਨੂੰ ਪਤਾ ਨਹੀਂ ਲੱਗਦਾ। ਔਰ ਇਹ ਚੀਜ਼ ਐਸੀ, ਇਹਨੂੰ ਕਹਿੰਦੇ ਨਾਮ ਧਨ। ਇਹ ਸਵਾਸ ਜਿਹੜੇ ਹੈਗੇ ਨਾਮ ਧਨ ਦੇ ਵਿੱਚ ਲੱਗ ਗਏ। ਔਰ ਇਹ ਧਨ ਐਸਾ ਹੈ, ਇਹਨੇ ਜਿਹੜਾ ਹੈਗਾ ਜਿੰਨਾ ਹੁਣ ਜਿਹੜਾ ਕੋਈ ਗੁਣ ਆਪਣੇ ਅੰਦਰ ਆ ਗਏ, ਮਤਲਬ ਸਮਝ ਲਓ ਗੁਣ ਆ ਗਏ। ਹੁਣ ਗੁਣ ਜਿਹੜੇ ਆਪਣੇ ਕੋਲੋਂ ਜਾ ਥੋੜ੍ਹੀ ਨਾ ਸਕਦੇ ਆ। ਇੱਕ ਵਾਰੀ ਗੁਣ ਆ ਗਏ, ਜੋ ਚੀਜ਼ ਇੱਕ ਵਾਰੀ ਪਰਿਵਰਤਨ ਹੋ ਗਿਆ ਆਪਣੇ ਅੰਦਰ, ਆਪਾਂ ਜਿਹੜੇ ਚੰਗੇ ਬਣ ਗਏ ਆ, ਉਹ ਚੰਗਾਪਣਾ ਆਪਣੇ ਤੋਂ ਜਾਊਗਾ ਨਹੀਂ। ਉਹਨੇ ਹਮੇਸ਼ਾ ਆਪਾਂ ਉਸ ਦੇ ਨਾਲ, ਉਸ ਵਧੀਆ ਚੀਜ਼ ਦੇ ਨਾਲ ਆਪਾਂ ਜਿਹੜੇ ਹੈਗੇ ਅੱਗੇ ਵਧਾਂਗੇ। ਔਰ ਉਹਦੇ ਨਾਲ ਜਿਹੜਾ ਹੈਗਾ ਇਹ ਚੀਜ਼ ਦੂਸਰਿਆਂ ਨੂੰ ਵੀ ਦੇਵਾਂਗੇ, ਕਿਉਂਕਿ ਇਹ ਗੁਣ ਆਪਣੇ ਅੰਦਰ ਆ ਚੁੱਕੇ ਆ। ਇਹ ਧਿਆਨ ਸਿਮਰਨ ਦੇ ਨਾਲ ਆਪਣੇ ਅੰਦਰ ਗੁਣ ਆਉਂਦੇ ਆ। ਧਿਆਨ ਸਿਮਰਨ ਦੇ ਨਾਲ ਹੀ ਗੁਣ ਆਉਂਦੇ ਆ। ਇਹ ਨਾਮ, ਇਹਨੂੰ ਕਹਿੰਦੇ ਆ ਨਾਮ ਬਣ ਜਾਣਾ। ਸੰਤੋਹ ਬਣ ਜਿਆ। ਔਰ ਇਹਦੇ ਨਾਲ ਅਵਗੁਣ ਜਾਂਦੇ ਆ। ਜਦ ਪੂਰੀ ਤਰ੍ਹਾਂ ਜਿਹੜੇ ਹੈਗੇ ਆਪਾਂ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ ਮਾਲਕ ਦੀ, ਅਤੇ ਆਪਾਂ ਨੂੰ ਆਪਣੀ ਆਤਮਾ ਦੇ ਦਰਸ਼ਨ ਹੋ ਜਾਂਦੇ ਆ। ਆਤਮਾ ਹੀ ਪਰਮਾਤਮਾ ਹੈ, ਗਾਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ, ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ। ਆਹੀ ਜਿਹੜੀ ਹੈਗੀ ਆ ਇਹਨੂੰ ਇਹ ਹੈਗਾ ਨਾਮ ਨੂੰ ਬਣ ਜਾਣਾ। ਇਹ ਹੈਗਾ ਨਾਮ ਧਨ ਨੂੰ ਇਕੱਠਾ ਕਰਨਾ। ਇਹ ਹੈਗਾ ਖੇਪ ਲੱਦਣੀ ਨਾਮ ਦੀ। ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, संतो बन जिया नाम गोविंद का, ऐसी खेप हमारी, हर के नाम के व्यापारी। कहते ਅਸੀਂ ਤਾਂ ਭਾਈ ਪਰਮੇਸ਼ਰ ਦੇ ਨਾਮ ਦੇ ਵਪਾਰੀ ਹੈਗੇ ਆ। ਕਬੀਰ ਜੀ ਕਹਿ ਰਹੇ ਆ ਅਸੀਂ ਪਰਮੇਸ਼ਰ ਦੇ ਨਾਮ ਦੇ ਵਪਾਰੀ ਹੈਗੇ ਆ। ਅਸੀਂ ਨਾਮ ਤਨ ਇਕੱਠਾ ਕਰਦੇ ਹਾਂ। ਹੀਰਾ ਹੱਥ ਚੜਿਆ ਨਿਰਮੋਲਕ, ਛੁੱਟ ਗਈ ਸੰਸਾਰੀ। ਆਤਨ ਨਾਮ ਰੂਪੀ ਹੀਰਾ, ਐਸਾ ਨਿਰਮੋਲਕ ਜਿਹੜਾ ਹੈਗਾ ਵਸਤੂ ਆਪਣ ਕਬੀਰ ਜੀ ਕਹਿੰਦੇ ਮੈਨੂੰ ਮਿਲ ਗਿਆ ਕਿ ਇਹਦੇ ਨਾਲ ਮੈਂ ਜਿਹੜਾ ਹੈਗਾ ਦੁਨੀਆ ਦੇ ਵਿੱਚ, ਸੰਸਾਰ ਦੇ ਵਿੱਚ ਜਿਹੜੇ ਸੰਸਾਰ ਦੇ ਬਿਜ਼ਨਸ ਹੈਗੇ ਸਾਰੇ ਦੇ ਸਾਰੇ, ਉਹਦੇ ਵਿੱਚੋਂ ਮੇਰੀ ਰੁਚੀ ਜਿਹੜੀ ਹੈਗੀ ਘਟ ਗਈ। ਔਰ ਮੇਰੀ ਰੁਚੀ ਜਿਹੜੀ ਹੈਗੀ ਇਹ ਆਪਣੇ ਅੰਦਰ ਜਿਹੜੀ ਹੈਗਾ ਆਪਣੇ ਅਸਲੀ ਰੂਪ ਨੂੰ ਦੇਖਣ ਦੀ ਜਿਹੜੀ ਹੈਗੀ, ਨਾਮ ਤਨ ਇਕੱਠਾ ਕਰਨ ਦੀ, ਇਹ ਰੁਚੀ ਮੇਰੀ ਵੱਧ ਗਈ ਹੈ। ਰਹਾਓ। ਹਾਂਜੀ ਗੁਰੂ ਸਾਹਿਬ। किन्ही बन जिया कांसी तांबा, किन्ही लौंग सुपारी, संतोह बन जिया नाम गोविंद का, ऐसी खेप हमारी। हाँ जी ਵੀਰ ਜੀ। ਨੇ ਜਸਬ ਅੰਗ ਨੰਬਰ ਬੋਲਿਓ ਆਪਣਾ। ਅੰਗ ਨੰਬਰ 1123 1123। ਠੀਕ ਹੈ। ठीक है जी। जैसा पहले तो बोलो। हाँ, किन्ही बन जिया कांसी तांबा,
किन्ही लौंग सुपारी, संतो बन गया नाम गोविंद का, ऐसी खेप हमारी। अच्छा। 1123 है ना? हाँ जी, हाँ जी, 1123 अंग ਦੇ ਉੱਤੇ ਹੈਗਾ। ਭਗਤ ਕਬੀਰ ਜੀ ਦੀ ਬਾਣੀ ਹੈਗੀ। ठीक है जी। ਕਿन्ही ਬਣ ਗਿਆ। हाँ जी ठीक है। हाँ जी, हाँ जी। ਮਾੜਾ ਸਰਲ ਕਰੋ ਜੀ ਇਹਨਾਂ ਨੂੰ ਬਾਣੀ ਨੂੰ। ਹਾਂ, ਕਬੀਰ ਜੀ ਕਹਿੰਦੇ ਕਿ ਆਪਾਂ ਦੁਨੀਆ ਦੇ ਵਿੱਚ ਆਏ ਹਾਂ ਤੇ ਆਪਾਂ ਵਿਹਲੇ ਨਹੀਂ ਬੈਠ ਸਕਦੇ। ਦੋ ਟਾਈਪ ਦੇ ਬਿਜ਼ਨਸ ਮਾਲਕ ਨੇ ਦੁਨੀਆ ਦੇ ਵਿੱਚ ਜਿਹੜੇ ਰੱਖੇ ਹੋਏ। ਇੱਕ ਮਾਇਆ ਦਾ ਬਿਜ਼ਨਸ ਕਰਨਾ ਹੈ, ਆਪਾਂ ਮਾਇਆ ਦਾ ਬਿਜ਼ਨਸ ਕਰਦੇ ਹਾਂ ਕਿਉਂਕਿ ਆਪਣੇ ਕੋਲ ਆਪਣਾ ਪੇਟ ਲੱਗਿਆ ਹੋਇਆ ਹੈ। ਪੇਟ ਲੱਗਿਆ ਹੈ, ਨਾਲੇ ਪਰਿਵਾਰ ਦੇ ਵਿੱਚ ਜਿਹੜਾ ਹੈਗਾ ਐਸੇ ਜਿਹੜੇ ਹੈਗੇ ਇਹ ਨਿਯਮ ਹੈਗੇ, ਇਹਦੇ ਵਿੱਚ ਜਿਹੜੇ ਹੈਗੇ ਘਰ ਗ੍ਰਸਤੀ ਹੈਗੀ। ਇਸ ਕਰਕੇ ਘਰ ਗ੍ਰਸਤੀ ਨੂੰ ਚਲਾਉਣ ਵਾਸਤੇ ਆਪਾਂ ਨੂੰ ਦੁਨਿਆਵੀ ਬਿਜ਼ਨਸ ਕਰਨਾ ਪਊਗਾ। ਤੇ ਸਹੀ ਹੈ ਜੀ। ਹਾਂ, ਕਹਿੰਦੇ ਕਿਨਹੀ ਬਣ ਜਿਆ ਕਾਂਸੀ ਤਾਂਬਾ। ਕਹਿੰਦੇ ਕੋਈ ਜਿਹੜੇ ਹੈਗੇ ਇਸੇ ਨੂੰ ਜਿਹੜਾ ਹੈਗਾ ਦੁਨਿਆਵੀ ਬਿਜ਼ਨਸ ਨੂੰ ਹੀ ਸਮਝ ਲੈਂਦੇ, ਮੈਂ ਇਸ ਦੇ ਵਾਸਤੇ ਆਇਆ, ਮੈਂ ਜਿਹੜਾ ਹੈਗਾ ਆਹੀ ਜਿਹੜਾ ਹੈਗਾ ਆਪਣੀ ਸਾਰਾ ਤਾ ਜੀਵਨ ਜਿਹੜਾ ਹੈਗਾ ਉਹ ਧਨ ਹੀ ਇਕੱਠਾ ਕਰਦੇ ਰਹਿ ਜਾਂਦੇ ਆ। ਔਰ ਇਕੱਠਾ ਕਰਕੇ ਜਿਹੜਾ ਹੈਗਾ ਉਹਦੇ 'ਚੋਂ 5% ਵੀ ਯੂਜ਼ ਨਹੀਂ ਕਰ ਪਾਉਂਦੇ, 95% ਇੱਥੇ ਹੀ ਛੱਡ ਕੇ ਚਲੇ ਜਾਂਦੇ ਆ। ਅਤੇ ਇਸ ਕਰਕੇ ਸਾਧਨਾ ਕਰਨ ਵਾਲੇ ਜਿਹੜੇ ਹੈਗੇ ਸੰਤੋ ਬਣ ਜਿਆ ਨਾਮ ਗੋਬਿੰਦ ਕਾ। ਸੰਤ ਜਿਹੜੇ ਹੈਗੇ ਔਰ ਆਏ ਆਪਾਂ ਇਸ ਵਾਸਤੇ ਹੈਗੇ ਆ ਕਿ ਇਹ ਥੋੜ੍ਹਾ ਜਿਹਾ ਜਿਹੜਾ ਹੈਗਾ ਇਹ ਆਪਾਂ ਇਹ ਜਿੰਨੀ ਕੁ ਜ਼ਰੂਰਤ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ ਬਾਹਰੀ ਜਿਹੜਾ ਹੈਗਾ ਬਿਜ਼ਨਸ ਕਰਕੇ ਅਤੇ ਆਪਾਂ ਨੇ ਅੰਦਰ ਜਿਹੜਾ ਹੈਗਾ ਆਪਣੇ ਆਪ ਨੂੰ ਖੋਜਣ ਦੇ ਵਾਸਤੇ ਆਏ ਸੀਗੇ। ਆਪਾਂ ਕੌਣ ਹੈਗੇ ਆ? ਆਪਾਂ ਪਰਮਾਤਮਾ ਦਾ ਅੰਸ਼ ਆ। ਮਾਲਕ ਨੇ ਗੇਮ ਪਾਈ ਸੀ ਔਰ ਇਹ ਜਿਹੜਾ ਹੈਗਾ ਇਹ ਗੇਮ ਨੂੰ ਆਪਣੇ ਆਪ ਨੂੰ ਬੁੱਝਣ ਦੇ ਵਾਸਤੇ ਆਏ ਸੀ। ਔਰ ਜੋ ਮਾਲਕ ਨੇ ਗੇਮ ਪਾਈ ਹੋਈ ਹੈ ਮਾਇਆ ਦੀ, ਸਰੀਰ ਦੀ, ਆਕਾਰ ਦੀ, ਪੰਜਾਂ ਤੱਤਾਂ ਦੀ, ਉਸ ਨੂੰ ਜਿਹੜਾ ਹੈਗਾ ਉਸ ਨੂੰ ਵਿਚਾਰਾਂ ਦੇ ਜਾਲ 'ਚੋਂ ਨਿਕਲਣ ਵਾਸਤੇ ਆਪਾਂ ਆਏ ਸੀਗੇ। ਉਹ ਜਿਹੜੇ ਸੰਤ ਜਿਹੜੇ ਹੈਗੇ ਸਾਧਨਾ ਕਰਨ ਵਾਲੇ ਜਿਹੜੇ ਹੈਗੇ ਕੋਈ ਟਾਵੇਂ ਜਿਹੜੇ ਹੈਗੇ ਇਹ ਖੇਡ ਨੂੰ ਬੁੱਝ ਲੈਂਦੇ ਆ ਅਤੇ ਉਹ ਨਾਮ ਧਨ ਇਕੱਠਾ ਕਰਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ ਦੇਖੋ ਇੱਥੇ ਆਪਾਂ ਤੁਕ ਨੂੰ ਸਮਝੀਏ। ਕਹਿੰਦੇ ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸਫਾਰੀ। ਉਹ ਕਹਿੰਦੇ ਆ ਕਿ ਲੌਂਗ ਸਫਾਰੀ ਕੋਈ ਬੰਦਾ ਤਾਂਬੇ ਦਾ ਕਾਰੋਬਾਰ ਕਰਦਾ ਹੈ, ਕੋਈ ਕਾਂਸੀ ਦਾ ਕੰਮ ਕਰਦਾ ਹੈ, ਕੋਈ ਕਹਿੰਦਾ ਲੌਂਗ ਆ, ਕੋਈ ਮਸਾਲੇ ਵੇਚਣ ਆ। ਜੀਵਨ ਦੇ ਵਿੱਚ ਹਰ ਕੋਈ ਬੰਦਾ ਇਹ ਕਾਰੋਬਾਰ ਕਰਦਾ। ਤੁਹਾਨੂੰ ਪਤਾ ਸੰਸਾਰ ਤੇ ਅਗਰ ਤੁਸੀਂ ਜਿੰਦਾ ਰਹਿਣਾ ਚਾਹੁੰਦੇ ਤੁਹਾਨੂੰ ਕੰਮ ਕਰਨਾ ਪਊਗਾ। ਬਿਲਕੁਲ ਸਹੀ ਗੱਲ। ਇਸ ਲਈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਸੱਚਾ ਸੌਦਾ ਕਰਨ ਵਾਸਤੇ ਭੇਜਿਆ ਸੀ ਕਿ ਤੁਸੀਂ ਵਪਾਰ ਪੂਰ ਕਰੋ। ਹਾਂਜੀ, ਉਸ ਜ਼ਮਾਨੇ 'ਚ ਵਪਾਰ ਦਾ ਟਾਈਮ ਸੀ, ਬਿਲਕੁਲ ਕਰਦੇ ਸੀ ਵਪਾਰ ਲੋਕ। ਹਾਂਜੀ। ਤੇ ਪਰ ਆ ਕੀ ਹੋ ਗਿਆ ਜੀ? ਹਾਂਜੀ, ਇਹ ਕਿਹੜੇ ਕੜਕੜ ਕੌਣ ਕਰ ਰਿਹਾ ਜੀ? ਇੱਕ ਸੈਕਿੰਡ ਜੀ ਗੁਰਕੀ ਸਾਹਿਬ। ਮੇਰੇ ਵੱਲੋਂ ਹੀ ਆਈ ਨਹੀਂ ਜੈਸਾ ਮੈਂ ਹੀ ਕਰ ਦਿੰਦਾ ਕੜਕੜ। ਓਹੋ ਦੇਖਿਓ। ਹਾਂ ਨਹੀਂ, ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਤੁਸੀਂ ਕਿਤੇ ਜੀਵਨ ਦੇ ਵਿੱਚ ਨਾ ਸੰਸਾਰਿਕ ਪਦਾਰਥਾਂ ਦੇ ਪਿੱਛੇ ਨਾ ਆਪਣਾ ਸਮਾਂ ਕੱਢ ਦਿਓ, ਕਿਉਂਕਿ ਤੁਹਾਡੇ ਕੋਲ ਸਮਾਂ ਬੜਾ ਲਿਮਟਿਡ ਜਿਹਾ। ਜਿਹਨੂੰ ਤੁਸੀਂ ਪ੍ਰਾਪਤੀ ਸਮਝ ਰਹੇ ਜੋ ਅਸਲ 'ਚ ਪ੍ਰਾਪਤੀ ਨਹੀਂ ਹੋਊਗੀ ਉੱਥੇ। ਤੇ ਜਦੋਂ ਤੂੰ ਆਇਆ ਸਾਂ ਤੇ ਤੋਂ ਪਹਿਲਾਂ ਵੀ ਸੰਸਾਰ ਹੈਗਾ, ਇੱਕ ਦਿਨ ਤੈਨੂੰ ਜਾਣਾ ਪਊਗਾ। ਇਹ ਸੰਸਾਰ ਏਦਾਂ ਹੀ ਰਹਿਣਾ ਵਾ। ਪਰ ਉਹ ਮੋਹ ਦੇ ਵਿੱਚ ਆ ਕੇ ਆਪਾਂ ਆਪਣੇ ਮੇਨ ਮਕਸਦ ਨੂੰ ਭੁੱਲ ਜਾਂਦੇ ਹਾਂ ਕਿ ਮਾਇਆ। ਬਾਣੀ 'ਚ ਇਹ ਵੀ ਤੁਕ ਆਉਂਦੀ ਹੈ ਕਿ ਭਵਾਂਟ ਨਹੀਂ ਦਿੱਤੀ ਹੈ। ਹਾਂ, ਭਵਾਂਟ ਨਹੀਂ ਦਿੱਤੀ ਹੈ ਮਾਲਕ ਪਰਮਾਤਮਾ ਦੀ। ਪਵਾਰੀ ਸਿਰਜਣਹਾਰ ਨੇ ਦਿੱਤੀ ਆ। ਉਹਨੇ ਉਹਦੀ ਮਰਜ਼ੀ ਹੈ ਭਾਈ। ਕਹਿੰਦਾ ਵੀ ਮੈਂ ਤੈਨੂੰ ਬਿਲਕੁਲ, ਜੇ ਮਾਲਕ ਆਪਾਂ ਨੂੰ ਪੁਰਾਣਾ ਯਾਦ ਰੱਖੇ ਗੋਰਖੀ ਸਾਹਿਬ ਕਿ ਇੰਨੀਆਂ ਜੂਨਾਂ 'ਚੋਂ ਆਪਾਂ ਆਏ ਹਾਂ, ਇਹ ਫਾਉਲ ਕਰਕੇ ਆਏ ਹਾਂ, ਫਿਰ ਤਾਂ ਆਪਾਂ ਜਿਹੜੇ ਹੈਗੇ ਇੱਥੇ ਕੁਛ ਕਰਾਂਗੇ ਹੀ ਨਹੀਂ, ਡਰਦੇ ਹੀ ਰਵਾਂਗੇ। ਬਸ ਆ ਤੇ ਇਸ ਕਰਕੇ ਭਵਾਨੀ ਦੇ ਮਤਲਬ ਕਿ ਬੰਦੇ ਨੂੰ ਜਿਹੜਾ ਪਿਛਲਾ ਜੀਵਨ ਹੈ ਉਹ ਭੁੱਲ ਜਾਂਦਾ। ਹਾਂ, ਪਰ ਬਾਣੀ 'ਚ ਇਹਨਾਂ ਨੇ ਲਿਖਿਆ ਨੇ ਬ੍ਰਹਮ ਗਿਆਨ ਨੇ ਕਈ ਜਨਮ ਮੈਂ ਕੀਟ ਪਤੰਗਾ, ਬਿਲਕੁਲ ਮੈਂ ਕੁਝ ਬਣਿਆ, ਸਭ ਕੁਝ ਬਣਿਆ। ਇੱਥੇ ਆਪਾਂ ਇਹ ਚੀਜ਼ ਨੂੰ ਸਮਝੀਏ। ਹੁਣ ਆਪਣੇ ਘਰ ਬੱਚਾ ਪੈਦਾ ਹੁੰਦਾ ਹੈ, ਆਪਾਂ ਬੱਚੇ ਨੂੰ ਕੀ ਸਿਖਾਉਂਦੇ? ਆਪਾਂ ਸਿਖਾਉਂਦੇ ਹਾਂ ਬਈ ਪੜ੍ਹਾਈ ਕਰੋ। ਪੜ੍ਹਾਈ ਕਰੋਗੇ ਤੇ ਬੜੇ ਸੌਖੇ ਹੋ ਜਾਓਗੇ। ਪੜ੍ਹਾਈ ਕਰੋਗੇ ਤੇ ਤੁਹਾਡੇ ਕੋਲ ਪੈਸਾ ਆਊਗਾ, ਤੁਹਾਡੇ ਕੋਲ ਇੱਜ਼ਤ ਆਊਗੀ, ਤੁਹਾਡੀ ਨੌਕਰੀ ਮਿਲੂਗੀ ਤੇ ਘਰ ਬਾਰਾਂ ਦੇ ਮਾਲਕ ਬਣ ਜਾਓਗੇ। ਪਰ ਮਾਂ ਬਾਪ ਇੱਕ ਪੜ੍ਹਾਈ ਦੇ ਬਾਰੇ ਜ਼ੋਰ ਲਾ ਦਿੰਦੇ ਨੇ, ਪਰ ਕਿਤੇ ਉਹਨੂੰ ਇਹ ਨਹੀਂ ਕਹਿੰਦੇ ਕਿ ਪੁੱਤ ਤੂੰ ਚੰਗਾ ਇਨਸਾਨ ਵੀ ਬਣ। ਨਹੀਂ ਦੱਸਦਾ
ਤੂੰ ਇੱਕ ਚੰਗਾ ਪਿਓ ਬਣੀ, ਤੂੰ ਇੱਕ ਚੰਗਾ ਪੁੱਤਰ ਬਣ। ਔਰ ਬਾਅਦ ਦੇ ਵਿੱਚ ਫਿਰ ਪਛਤਾਉਂਦੇ ਨੇ ਮਾਂ-ਬਾਪ ਕਿ ਇਹ ਬੱਚੇ ਤੇ ਸਾਡੇ ਮਤਲਬ ਕਹਿਣਾ ਨਹੀਂ ਮੰਨਿਆ, ਜਦੋਂ ਥੋੜਾ ਟਾਈਮ ਸਾਡੇ ਤੇ ਆਇਆ ਸਾਨੂੰ ਛੱਡ ਕੇ ਭੱਜ। ਔਰ ਕਿਉਂਕਿ ਭੱਜਣਾ ਹੀ ਸੀ, ਦੱਸਿਆ ਹੀ ਨਹੀਂ, ਲਿਸਟ ਦੇ ਵਿੱਚ ਕੋਈ ਦੱਸਿਆ ਹੀ ਨਹੀਂ ਸੀ ਉਹਨਾਂ ਨੂੰ ਕਿ ਤੁਸੀਂ ਆਹ ਕੁਝ ਕਰਨਾ। ਹੁਣ ਆਪਣੇ ਆਪ ਕਿੱਥੋਂ ਆਉਂਦਾ? ਜੋ ਪ੍ਰੋਗਰਾਮਿੰਗ ਤੁਸੀਂ ਕੀਤੀ ਉਹਦੇ ਦਿਮਾਗ ਤੇ ਚੜ ਗਈ ਹੈ। ਤੁਸੀਂ ਕਿਹਾ ਨੰਬਰ ਲਿਆਓ, ਨੰਬਰ ਲਾਇਆ। ਤੁਸੀਂ ਕਿਹਾ ਫਲਾਣੇ ਕਾਲਜ ਜਾ, ਉਹ ਚਲਾ ਗਿਆ। ਤੁਸੀਂ ਕਿਹਾ ਬਾਹਰ ਚੱਲ ਜਾ ਕੈਨੇਡਾ, ਤੇ ਉੱਥੇ ਭੇਜ ਦਿੰਦੇ ਪੈਸੇ, ਉਹ ਚਲਾ ਗਿਆ। ਤੁਸੀਂ ਉਹਨੂੰ ਦੱਸਿਆ ਹੀ ਨਹੀਂ ਕਿ ਤੂੰ ਇੱਕ ਚੰਗਾ ਬੱਚਾ ਬਣਨਾ ਹੈ, ਚੰਗਾ ਪੁੱਤ ਬਣਨਾ ਹੈ, ਚੰਗੀ ਧੀ ਬਣਨਾ ਹੈ, ਚੰਗੀ ਪਤਨੀ ਬਣਨਾ ਹੈ, ਚੰਗੀ ਮਾਂ ਬਣਨਾ ਹੈ, ਚੰਗਾ ਪਿਓ ਬਣਨਾ ਹੈ। ਨਹੀਂ ਦੱਸਿਆ ਤੇ ਫਿਰ ਉਹਨੇ ਕੀਤਾ ਹੀ ਨਹੀਂ। ਮਾਂ-ਬਾਪ ਬਹੁਤ ਵੱਡੇ ਜ਼ਿੰਮੇਵਾਰ ਹੁੰਦੇ ਨੇ ਆਪਣੀ ਬੱਚੇ ਦੇ ਜੀਵਨ ਦੇ ਵਿੱਚ। ਜੇ ਮਾਂ-ਬਾਪ ਨੇ ਇਹ ਕੰਮ ਨਹੀਂ ਕਰਾਏ, ਛੋਟਾ ਬੱਚਾ, ਛੋਟਾ ਜਿਹਾ ਬੱਚਾ, ਤੁਸੀਂ ਜੋ ਮਰਜ਼ੀ ਸਿਖਾਓਗੇ ਸਿੱਖੂਗਾ। ਉਹਨੂੰ ਕਹੋ। ਹੁਣ ਕਈ ਮਾਂ-ਬਾਪ ਕਹਿ ਦਿੰਦੇ ਨੇ ਉਹਨਾਂ ਸਿਖਾਇਆ ਨਹੀਂ ਹੁੰਦਾ ਕਿ ਆਪਣੇ ਬੱਚੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੀ, ਉਹ ਨਹੀਂ ਬੁਲਾਉਂਦੇ, ਸਿਖਾਇਆ ਹੀ ਨਹੀਂ। ਛੋਟਾ ਬੱਚਾ ਹੈ, ਉਹਦੇ ਦਿਮਾਗ ਤੇ ਤੁਸੀਂ ਪ੍ਰੋਗਰਾਮਿੰਗ ਕਰਦੇ ਪਏ। 8-10 ਸਾਲ ਤੁਹਾਡੇ ਕੋਲ ਰਹਿੰਦਾ, 12-13 ਸਾਲ, ਕੁਝ ਚੰਗੀਆਂ ਚੀਜ਼ਾਂ ਵੀ ਭਰ ਸਕਦੇ ਜੋ। ਤੁਸੀਂ ਚੰਗੀਆਂ ਨਹੀਂ ਭਰੀਆਂ ਤੇ ਲੋਕਾਂ ਨੇ ਆਪਣੀਆਂ ਭਰ ਹੀ ਦੇਣੀਆਂ ਨੇ। ਸਾਹਿਬ ਸਮਾਜ ਨੇ ਬਿਲਕੁਲ ਹਾਰਡ ਡਿਸਕ ਖਾਲੀ, ਉਹਨੇ ਕੈਪਚਰ ਕਰਨਾ, ਜੋ ਲਾਗੇ ਬਣੇ ਤੁਸੀਂ ਕਰੀ ਜਾਓ, ਉਹਨੇ ਇਕੱਠਾ ਕਰੀ ਜਾਣਾ। ਆਖਰ ਚ ਜਿੱਦਾਂ ਦਾ ਮਿਲਗੋਬਾ ਜਿਹਾ ਤਿਆਰ ਹੋ ਗਿਆ, ਉਦਾਂ ਦਾ ਇਨਸਾਨ, ਉਦਾਂ ਦਾ ਕਰੈਕਟਰ ਹੋਣਾ ਉਹਦਾ। ਤੇ ਬਾਅਦ ਦੇ ਵਿੱਚ ਲੋਕੀ ਰੌਲਾ ਪਾਉਂਦੇ ਕਿ ਸਾਡੇ ਬੱਚੇ ਸਾਡਾ ਕਹਿਣਾ ਨਹੀਂ ਮੰਨਦੇ। ਕਹਿਣਾ ਕਿੱਥੋਂ ਮੰਨਣ? ਕੀ ਇਹਨਾਂ ਨੂੰ ਸਿਖਾਇਆ? ਤੁਸੀਂ ਸੰਸਕਾਰ ਦਿੱਤੇ ਇਹਨਾਂ ਨੂੰ? ਸੰਸਕਾਰ ਇੱਕ ਤੇ ਮੂੰਹ ਨਾਲ ਬੋਲਣ ਨਾਲ ਦਿੱਤੇ ਜਾਂਦੇ, ਤੇ ਇੱਕ ਤੁਹਾਨੂੰ ਉਸ ਤਰ੍ਹਾਂ ਦਾ ਜੀਵਨ ਉਹਨਾਂ ਦੇ ਸਾਹਮਣੇ ਰਿਪਰੈਜ਼ੈਂਟ ਕਰਨਾ ਪਊਗਾ। ਜੇਕਰ ਤੁਸੀਂ ਆਪਣੇ ਮਾਂ-ਪਿਓ ਦੀ ਕੋਈ ਸੇਵਾ ਨਹੀਂ ਕਰ ਰਹੇ ਤੇ ਇਹ ਮਨ ਚੋਂ ਵਰਕਾ ਪਾੜਦੀ ਹੈ ਕਿ ਸਾਡੇ ਬੱਚੇ ਸਾਡੀ ਸੇਵਾ ਕਰਨਗੇ। ਕਿੱਥੋਂ ਕਰਨਗੇ ਉਹ, ਜਦੋਂ ਮੈਂ ਹੀ ਫੇਲ ਹੋ ਗਿਆ ਵਾਂ? ਨਿਜਾ ਸਾਹਿਬ ਸਹੀ ਹੈ? ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਬੱਚਾ ਜਿਹੜਾ ਹੈਗਾ, ਬੱਚੇ ਨੂੰ ਤਾਂ ਰਸਤਾ ਗਾਈਡ ਤਾਂ ਚਾਹੀਦਾ ਹੈ। ਜਦੋਂ ਮੈਂ ਫੇਲ ਹੋ ਗਿਆ ਨਿਜਾ ਸਾਹਿਬ, ਮੈਂ ਫਿਰ ਐਕਸਪੈਕਟ ਕਿੱਥੋਂ ਕਰਨੇ ਕਿ ਮੇਰੇ ਛੋਟੇ ਬੱਚੇ ਸਿੱਧਾ ਕਰਨਗੇ? ਏਦਾਂ ਹੋ ਸਕਦਾ ਜਦੋਂ ਮੈਂ ਫੇਲ ਆ? ਆਪਾਂ 24 ਘੰਟੇ ਤਾਂ ਆਪਣੇ ਨਾਲ ਰਹਿਣਾ। ਬੱਚੇ ਨੇ, ਛੋਟੇ ਬੱਚੇ ਨੇ ਜਿਹੜਾ ਹੈਗਾ 24 ਘੰਟੇ ਮਾਪਿਓ ਦੇ ਨਾਲ ਰਹਿਣਾ ਆ। ਤੇ ਮਾਪਿਓ ਜੋ ਵੀ ਸੰਸਕਾਰ ਉਹਦੇ ਅੰਦਰ ਦੇ ਦੇਣਗੇ, ਉਹੀ ਉਹਨੇ ਬਣ ਜਾਣੇ ਆ, ਉਹੀ ਉਹਦਾ ਕਰੈਕਟਰ ਬਿਲਟ ਹੋਣਾ। ਘੱਟ ਤੋਂ ਘੱਟ ਜਿਹੜਾ ਹੈਗਾ ਪਿਛਲਾ ਜਦ ਤੱਕ ਡਿਵੈਲਪ ਹੋਏਗਾ, ਕਾਰਨਸ਼ੀਲ ਪ੍ਰਗਟ ਹੋਣ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਉਹਨੂੰ ਸਹੀ ਤਰੀਕਾ ਦੱਸ ਸਕਦੇ ਹਾਂ ਵੀ ਕਾਰਨਸ਼ੀਲ ਰਚਨਾ ਤੂੰ ਜਿਹੜਾ ਹੈਗਾ ਅੱਗੇ ਗਾਹਾਂ ਵਾਸਤੇ ਵੀ ਸਹੀ ਕਰਮ ਕਰ ਸਕਦਾ ਹੈ, ਔਰ ਪੁਰਾਣਾ ਜਿਹੜਾ ਹੈਗਾ ਉਹਨੂੰ ਵੀ ਆਪਾਂ ਰੀਬਿਲਡ ਕਰ ਸਕਦੇ ਹਾਂ। ਹਾਂਜੀ ਵੀਰ, ਆਪਾਂ ਤੇ ਅਧਿਆਤਮਿਕ ਗੱਲ ਕਰਨੀ ਆ। ਅਧਿਆਤਮਿਕ ਤੇ ਫਿਰ ਕਥਾ ਤੇ ਗੱਲ ਉਹੀ ਆ ਜਾਣੀ ਆ। ਕਥਾ ਤੇ ਫਿਰ ਉਹੀ ਗੱਲ ਕਰ ਰਹੇ ਨੇ। ਆਹ ਦੇਖੋ, ਕਹਿੰਦੇ ਆ ਕਥਾ ਚ ਵੀ ਉਹ ਕੁਛ ਲਿਖਿਆ ਵਾ, ਕੁਝ ਵੱਖਰਾ ਥੋੜੀ ਲਿਖਿਆ। ਕਹਿੰਦੇ ਆ ਕਿ ਕਹਿੰਦੇ ਆ ਜਦੋਂ ਤੁਕ ਦੁਬਾਰਾ ਬੋਲਿਓ, ਕਿੱਥੇ ਤੂੰ? ਹਾਂ ਆਹ ਗੱਲ ਕਰਦੇ ਆ। ਹਾਂ ਕਹਿੰਦੇ ਕਿੰਨੀ ਬਨਸਿਆ ਬਾਂਝਿਆ ਕਾਂਸੀ ਤਾਂਬਾ ਕਿੰਨੀ। ਹੁਣ ਕਹਿੰਦੇ ਤੂੰ ਹੀ ਜਿੰਨੇ ਜੋ ਵਪਾਰ ਕੀਤਾ ਉਹਨੂੰ ਉਹੀ ਚੀਜ਼ ਮਿਲਣੀ ਆ। ਬਿਲਕੁਲ ਉਹੀ ਮਿਲਣੀ ਆ। ਤੁਸੀਂ ਇਨਵੈਸਟਮੈਂਟ ਜੇ ਕਾਂਸੀ ਚ ਕੀਤੀ ਤੁਹਾਨੂੰ ਕਾਂਸੀ ਮਿਲ ਜੂ, ਤੁਸੀਂ ਸੋਨੇ ਚ ਕੀਤੀ ਤੁਹਾਨੂੰ ਸੋਨਾ ਮਿਲ ਜੂ, ਤੁਸੀਂ ਪਿੱਤਲ ਦਾ ਕੰਮ ਕੀਤਾ ਤੇ ਪਿੱਤਲ, ਜੇ ਤੁਸੀਂ ਨਲਾਇਕਾਂ ਵਾਲਾ ਕੰਮ ਕੀਤਾ, ਮਿੱਟੀ ਵਾਲਾ ਕੰਮ, ਤੇ ਤੁਹਾਨੂੰ ਮਿੱਟੀ ਮਿਲ ਜੂ। ਹਾਂ ਬਿਲਕੁਲ ਸਹੀ ਗਾ। ਉਹ ਮਹਾਰਾਜ ਤਾਂ ਕਹਿੰਦੇ ਆ ਕਿ ਮਹਾਰਾਜ ਤਾਂ ਕਹਿੰਦੇ ਲੋੜੇ ਦਾਖ ਬਜੂਰੀਆਂ ਕਿੱਕਰ ਬੀਜੇ ਜੱਟ। ਕਿੱਕਰ ਬੀਜ ਕੇ ਬੀਜਿਆ ਤੁਹਾਨੂੰ ਸਾਹਮਣੇ ਆਪ ਜੇ ਤੇ ਅਸੀਂ ਉਹਨੂੰ ਕਿਹਾ ਪੜ੍ਹ ਲਾ ਪੜ੍ਹੀ ਗਿਆ, ਅਗਲਾ ਪੜ੍ਹ ਕੇ ਉਹਨੂੰ ਦੱਸਿਆ ਹੀ ਨਹੀਂ ਕਿ ਪੁੱਤ ਤੂੰ ਪਿੱਛੇ ਵੀ ਵੇਖਣਾ। ਉਹ ਕਹਿੰਦੇ ਤੂੰ ਗਾਂ ਉੱਡ, ਤੂੰ ਤਨਖਾਹਾਂ ਕਮਾ, ਪਰ ਉਹਨੂੰ ਤਾਂ ਦੱਸਿਆ ਨਹੀਂ ਤੂੰ ਕੋਈ ਚੰਗਾ ਇਨਸਾਨ ਬਣਨਾ ਸੀ। ਉਸ ਤੋਂ ਇਲਾਵਾ ਇੱਕ ਉਹਨੂੰ ਮਹੱਤਵਪੂਰਨ ਕੰਮ ਜਿੰਨਾ ਮਾਂ-ਬਾਪ ਨੇ ਨਹੀਂ ਦੱਸਿਆ ਬੱਚੇ ਨੂੰ ਕਿ ਪੁੱਤ ਤੂੰ ਇਸ ਸੰਸਾਰ ਤੇ ਪੈਸਾ ਵੀ ਕਮਾਉਣਾ ਹੈ, ਧਨ ਵੀ ਕਮਾਉਣਾ ਹੈ, ਔਰ ਮੈਂ ਵੀ, ਮੇਰਾ ਇਗਜ਼ਾਮ ਚੱਲਣ ਦਿਆ, ਮੈਂ ਦੇ ਰਿਹਾ ਤੇ ਪੁੱਤ ਤੇਰਾ ਵੀ ਇੱਕ ਪੇਪਰ ਹੋਣਾ ਵਾ ਸਾਲ ਦੇ ਵਿੱਚ, ਤੂੰ ਕਿਤੇ ਫੇਲ ਨਾ ਹੋ ਜੀ। ਸਾਨੂੰ ਵੀ ਤੇ ਸਾਂਭੀ ਤੂੰ ਕੁਛ ਹੋਰ ਵੀ ਕਰਨਾ ਹੈ, ਕੁਝ ਤੇਰੇ ਜੀਵਨ ਦਾ ਮਕਸਦ ਹੈਗਾ ਈ। ਕਿਤੇ ਧਨ ਦੌਲਤ ਨੂੰ ਆਪਣਾ ਮਕਸਦ ਨਾ ਬਣਾ ਲਈ। ਔਰ ਜਿਆਦੀ ਦੁਨੀਆ ਇਸੇ ਕਰਕੇ ਡੁੱਬ ਜਾਂਦੀ ਆ ਕਿਉਂਕਿ ਇਹਨਾਂ ਨੇ ਸੋਚਿਆ ਕਿ ਪੱਥਰ ਲੱਦਿਆ ਹੀ ਜੀਵਨ ਦੇ ਵਿੱਚ ਮੈਂ ਸੁਖੀ ਹੋ ਜਾਊਂਗਾ। ਪਰ ਆਪ ਸਿਆਣੇ ਜੋ ਕਿਸ਼ਤੀ ਦੇ ਵਿੱਚ ਭਾਵੇਂ ਸੋਨੇ ਦੇ ਪੱਥਰ ਹੀ ਸੁੱਟ ਲਓ, ਹੈ ਤੇ ਲੋੜ ਹੀ ਹੈ ਨਾ ਕਿਸ਼ਤੀ ਤੇ, ਇੱਕ ਨਾ ਕਿਤੇ ਕਿਸ਼ਤੀ ਡੁੱਬ ਜਾਏਗੀ। ਬਿਲਕੁਲ ਸਹੀ ਗੱਲ, ਚੀਜ਼ ਨੂੰ ਸਮਝੀਏ। ਹਾਂ ਹੁਣ ਕਹਿੰਦੇ ਆ ਕਿ ਹੁਣ ਅਗਲੇ ਬੰਨੇ ਉਹ ਕੀ ਕਹਿੰਦੇ ਆ, ਕਹਿੰਦੇ ਸੰਤੋ
ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਕਹਿੰਦੇ ਮੇਰਾ ਸੌਦਾ ਤਾਂ ਆ ਹੈਗਾ ਭਾਈ। ਸੰਤ ਲੋਕੀ ਜਿਹੜਾ ਸੌਦਾ ਕਰਦੇ ਉਹੀ ਮੇਰਾ ਸੌਦਾ ਹੈ। ਕਹਿੰਦੇ ਅਸੀਂ ਤਾਂ ਪਰਮੇਸ਼ਰ ਦੇ ਨਾਮ ਦਾ ਧਨ ਇਕੱਠਾ ਕੀਤਾ ਹੈ। ਅਸੀਂ ਨਾਮ ਦਾ ਸੌਦਾ, ਨਾਮ ਦਾ ਬਿਜ਼ਨਸ ਕੀਤਾ ਹੈ। ਕਿਉਂਕਿ ਇਹ ਜਿਹੜਾ ਨਾ ਇਸ ਚੀਜ਼ ਨੂੰ, ਇਹ ਅੱਜ ਜਿਹੜੀ ਸਵੇਰ ਦੀ ਕਥਾ ਹੋਈ ਸੀ ਉਹਦੇ ਵਿੱਚ ਇੱਥੋਂ ਹੀ ਸ਼ੁਰੂ ਹੋਇਆ ਸੀ ਸ਼ਬਦ ਸਵੇਰ ਦਾ। ਇਹ ਪਤਾ ਨਹੀਂ ਕਿਵੇਂ ਇੰਟਰਲਿੰਕ ਹੋ ਰਿਹਾ ਆਪਸ ਦੇ ਵਿੱਚ। ਉਹ ਸੀਗਾ ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸੱਚ ਸੋਏ। ਕਹਿੰਦੇ ਭਗਤੀ ਦਾ ਖਜ਼ਾਨਾ ਜਿਹੜਾ ਹੈਗਾ ਇਹ ਭਗਤਾਂ ਨੂੰ ਦਿੱਤਾ ਹੈ। ਜਿਹੜੇ ਨਾਮ ਦਾ ਬਿਜ਼ਨਸ ਕਰਨ ਵਾਲੇ, ਨਾਮ ਦੇ ਵਪਾਰੀ ਹੁੰਦੇ ਆ, ਉਹਨਾਂ ਨੂੰ ਮਾਲਕ ਨੇ ਆਹ ਖਜ਼ਾਨਾ ਦੇ ਦਿੱਤਾ। ਭਗਤ ਖਜ਼ਾਨਾ ਭਗਤਨ ਕੋ ਦੀਆ, ਨਾਉ ਹਰ ਤਨ ਸੱਚ ਸੋਏ। ਜਿਨ੍ਹਾਂ ਨੇ ਇਹ ਸ਼ਬਦ ਕਰਨਾ ਹੈ, ਇਹ 600 ਅੰਗ ਦੇ ਉੱਤੇ ਹੈ, ਪੂਰਾ 600 ਦੇ ਉੱਤੇ। ਅਖੁੱਟ ਨਾਮ ਤਨ ਕਦੇ ਨਿਖੁੱਟੇ ਨਾਹੀ, ਕਿਨੇ ਨਾ ਕੀਮਤ ਹੋਏ। ਕਹਿੰਦੇ ਇਹ ਅਖੁੱਟ ਹੈਗਾ, ਇਹ ਖੁੱਟਦਾ ਨਹੀਂ ਆ। ਇਹ ਜੋ ਤੂੰ ਧਿਆਨ ਸਿਮਰਨ ਕਰਤਾ, ਜੋ ਤੂੰ ਭਗਤੀ ਕੀਤੀ ਆ, ਜੋ ਤੂੰ ਆਪਣੇ ਵਿਚਾਰ ਬੰਦ ਕੀਤੇ ਆ, ਤੇਰੇ ਅੰਦਰ ਜਿਹੜਾ ਹੈਗਾ ਐਸੀ ਪੋਜ਼ਿਟਿਵਿਟੀ ਆਈ, ਐਸਾ ਤੇਰੇ ਅੰਦਰ ਕੋਈ ਤੇਰਾ ਕਰੈਕਟਰ ਐਸਾ ਬਿਲਟ ਹੋ ਗਿਆ ਉਹਦੇ ਨਾਲ ਕਿ ਉਹ ਕਦੀ ਵੀ ਨਿਖੁੱਟੂਗਾ ਨਹੀਂ। ਇਹ ਅਖੁੱਟ ਹੈਗਾ ਨਾਮ ਧਨ। ਕਿਉਂਕਿ ਉਹ ਤੇਰੇ ਅੰਦਰ ਜਿਹੜਾ ਗੁਣ ਆ ਗਿਆ ਉਹਨੂੰ ਕੋਈ ਲੈ ਨਹੀਂ ਕੋਈ ਉਹਨੂੰ ਖੋ ਨਹੀਂ ਸਕਦਾ ਤੇਰੇ ਕੋਲੋਂ। ਔਰ ਉਸ ਗੁਣ ਦੇ ਨਾਲ ਹੁਣ ਤੂੰ ਗਾਹਾਂ ਜਿਹੜਾ ਹੈਗਾ, ਤੂੰ ਗਾਹਾਂ ਚੱਲੇਗਾ ਅਤੇ ਉਸ ਗੁਣ ਦੇ ਨਾਲ ਤੂੰ ਜਿਹੜਾ ਹੈਗਾ ਉਹਨੂੰ ਯੂਜ਼ ਕਰੇਗਾ। ਔਰ ਯੂਜ਼ ਕਰਨ ਦੇ ਨਾਲ ਉਹ ਕਿਤੇ ਜਾਏਗਾ ਨਹੀਂ, ਔਰ ਉਹ ਤੂੰ ਦੂਸਰਿਆਂ ਨੂੰ ਵੀ ਵੰਡੇਗਾ। ਅਖੁੱਟ ਨਾਮ ਧਨ ਕਦੇ ਨਿਖੁੱਟੇ ਨਾਹੀ, ਕਿਨੇ ਨਾ ਕੀਮਤ ਹੋਏ। ਕਹਿੰਦੇ ਕਦੇ ਵੀ ਖੁੱਟਦਾ ਨਹੀਂ ਆ ਉਹ, ਔਰ ਕੋਈ ਇਹਦੀ ਕੀਮਤ ਨਹੀਂ ਪਾ ਸਕਦਾ। ਇਹ ਕਿੰਨਾ ਕੀਮਤੀ ਚੀਜ਼ ਹੈ, ਇਹ ਧਿਆਨ ਸਿਮਰਨ, ਇਹ ਭਗਤੀ, ਇਹ ਆਪਣੇ ਕਰੈਕਟਰ ਨੂੰ, ਆਪਣੇ ਆਪ ਨੂੰ ਬਿਲਟ ਕਰਨਾ, ਚੰਗੇ ਗੁਣ ਲੈਣੇ, ਕਿੰਨਾ ਕੀਮਤੀ ਹੈਗਾ। ਇਹਦੀ ਕੀਮਤ ਕੋਈ ਨਹੀਂ ਪਾ ਸਕਦਾ। ਔਰ ਦੁਨੀਆ ਦੇ ਵਿੱਚ ਜਿਹੜੇ ਹੈ ਇਹ ਆਪਾਂ ਜਿਹੜੇ ਹੈਗੇ ਇਹ ਕੋਈ ਵੀ ਜਿਹੜਾ ਹੈਗਾ, ਕੋਈ ਵੀ ਮਾਂ ਪਿਓ ਜਿਹੜੇ ਹੈਗੇ, ਦੇਖ ਲਓ, ਕਹਿੰਦੇ ਡਾਕਟਰ ਬਣ ਜਾ, ਇੰਜੀਨੀਅਰ ਬਣ ਜਾ, ਵਕੀਲ ਬਣ ਜਾ, ਹੋਰ ਜਿਹੜੇ ਜੋ ਵੀ ਦੁਨੀਆ ਦੇ ਜਿਹੜੀਆਂ ਡਿਗਰੀਆਂ ਜਿਹੜੀਆਂ ਹੈਗੀਆਂ ਉਹਨੂੰ ਆਪਣੇ ਬੱਚੇ ਨੂੰ ਚਾਹੁੰਦੇ ਆ ਦੇਣਾ। ਪਰ ਕੋਈ ਨਹੀਂ ਕਹਿੰਦਾ ਭਾਈ ਤੂੰ ਕਬੀਰ ਬਣੀ, ਤੂੰ ਫਰੀਦ ਵੀ ਬਣੀ, ਜੋ ਉਹਨਾਂ ਨੇ ਕੀਤਾ ਆ ਉਹ ਵੀ ਕੰਮ ਕਰੀ। ਆਹ ਜਿਹੜਾ ਹੈਗਾ ਕੰਮ ਜਿਹੜਾ ਹੈਗਾ ਕੋਈ ਨਹੀਂ ਕਹਿੰਦਾ ਕਿ ਤੂੰ ਚੰਗਾ ਇਨਸਾਨ ਬਣੀ। ਇਹ ਵੀ ਕੋਈ ਨਹੀਂ ਕਹਿੰਦਾ ਚੰਗਾ ਕੋਈ ਇਨਸਾਨ, ਚੰਗੇ ਗੁਣ ਧਾਰਨ ਕਰੀ। ਇਹ ਕੋਈ ਸਿੱਖਿਆ ਨਹੀਂ। ਅੱਜ ਕੱਲ੍ਹ ਤਾਂ ਗੁਰਕੀ ਸਾਹਿਬ ਬੜਾ ਅਫਸੋਸ ਵਾਲੀ ਗੱਲ ਆ ਕਿ ਆਹ ਚੀਜ਼ ਜਿਹੜੀ ਹੈਗੀ ਟੋਟਲੀ ਮਿਸ ਹੋ ਗਈ ਆ। ਪੈਰੈਂਟਸ ਜਿਹੜੇ ਹੈਗੇ, ਨਾ ਕੋਈ ਸਕੂਲ ਔਰ ਨਾ ਹੀ ਕੋਈ ਘਰ ਆਹ ਸਿੱਖਿਆ ਬੱਚਿਆਂ ਨੂੰ ਕੋਈ ਦਿੰਦਾ ਹੀ ਨਹੀਂ ਹੈਗਾ। ਨਾਮ ਧਨੇ ਮੁਖ ਉਜਲੇ ਹੋਏ। ਕਹਿੰਦੇ ਇਹਦੇ ਨਾਲ ਤਾਂ ਮੁਖ ਉਜਲ ਹੋਣਾ ਸੀਗਾ ਲੋਕ ਪਰਲੋਕ ਦੇ ਵਿੱਚ। ਹਰ ਪਾਇਆ ਸੱਚ ਸੋਏ। ਉਹ ਮਾਲਕ ਪਰਮਾਤਮਾ ਸੱਚ ਜਿਹੜਾ ਹੈਗਾ ਉਹ ਤੇਰੀ ਆਤਮਾ, ਉਹਦੇ ਵੀ ਦਰਸ਼ਨ ਹੋ ਜਾਣੇ ਸੀ ਤੈਨੂੰ। ਪਰ ਤੂੰ ਇਹ ਨਾਮ ਧਨ ਇਕੱਠਾ ਹੀ ਨਹੀਂ ਕਰਦਾ ਜਿਹਦੇ ਵਾਸਤੇ ਤੂੰ ਆਇਆ ਹੈ ਇਸ ਦੁਨੀਆ ਦੇ ਵਿੱਚ। ਔਰ ਇਹਦੇ ਨਾਲ ਹੀ ਪਰਮਾਤਮਾ ਨੂੰ ਮਿਲਣਾ ਹੈ। ਮਨ ਮੇਰੇ ਗੁਰ ਸ਼ਬਦੀ ਹਰ ਪਾਇਆ ਜਾਏ। ਇਹ ਗੁਰੂ ਦੇ ਗਿਆਨ, ਇਹ ਸ਼ਬਦ, ਇਹਨਾਂ ਦੇ ਦੁਆਰਾ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਵੀ ਪਾਇਆ ਜਾ ਸਕਦਾ ਹੈ। ਔਰ ਬਿਨ ਸ਼ਬਦੇ ਜਗ ਭੁੱਲਦਾ ਫਿਰਦਾ, ਦਰਗਹਿ ਮਿਲੇ ਸਜਾਏ। ਔਰ ਸ਼ਬਦ ਤੋਂ ਬਗੈਰ ਸੰਸਾਰ ਜਿਹੜਾ ਹੈਗਾ ਭੁੱਲਿਆ ਫਿਰਦਾ ਹੈ, ਹੋਰ ਦੇ ਹੋਰ ਬਿਜ਼ਨਸ ਕਰਦਾ ਹੈ, ਔਰ ਉਹਦੇ ਨਾਲ ਦਰਗਾਹ ਦੇ ਵਿੱਚ ਸਜ਼ਾ ਮਿਲਦੀ ਹੈ। ਇਹ ਰਹਾਉ ਦੀ ਪੰਕਤੀ ਸੀਗੀ। ਹੁਣ ਆਪਾਂ ਵਾਪਸ ਜਿਹੜਾ ਆਈਏ ਕਿ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਕਹਿੰਦੇ ਸੰਤਾਂ ਨੇ ਪਰਮੇਸ਼ਰ ਦਾ ਨਾਮ, ਗੋਬਿੰਦ ਦਾ ਨਾਮ, ਇਹ ਧਿਆਨ ਸਿਮਰਨ ਦਾ ਬਿਜ਼ਨਸ ਕੀਤਾ। ਇਹ ਵੀ ਬਿਜ਼ਨਸ ਹੈ। ਕਿਉਂਕਿ ਬਿਜ਼ਨਸ ਕਿਉਂ ਹੈਗਾ ਜੀ? ਅਸੀਂ ਬੈਠੇ ਹੋਏ ਅੰਦਰ ਆਪਣੇ ਜਿਹੜੇ ਹੈਗੇ ਆ ਆਪਣੇ ਵਿਚਾਰ ਬੰਦ ਕਰ ਰਹੇ ਹਾਂ। ਬਿਜ਼ਨਸ ਕਿਵੇਂ ਹੋਇਆ ਭਾਈ? ਆਪਾਂ ਧਨ ਕੀ ਲੈ ਕੇ ਆਏ ਆ? ਇਹ ਬੈਠਣ ਦੇ ਨਾਲ ਬਿਜ਼ਨਸ ਕਿਉਂ ਨਹੀਂ ਆ? ਘੰਟਾ ਗੁਜ਼ਰ ਜਾਂਦਾ ਹੈ। ਇੰਨੇ ਸਵਾਸ ਜਿਹੜੇ ਹੈਗੇ ਆਪਾਂ ਨੇ ਇੰਨਾ ਆਪਣੇ ਕੀਮਤੀ ਜਿਹੜਾ ਹੈਗਾ ਮੂਲ ਧਨ ਆਪਾਂ ਨੇ ਇਹਦੇ ਉੱਤੇ ਲਾਇਆ। ਅਤੇ ਕੁਛ ਨਾ ਕੁਛ ਤਾਂ ਖੱਟੀ ਕਰਨੀ ਚਾਹੀਦੀ ਹੈ ਨਾ। ਅਤੇ ਫਿਰ ਜੇ ਖੱਟੀ ਨਹੀਂ ਹੋ ਰਹੀ, ਇਹਦੇ ਵਿੱਚ ਫਾਇਦਾ ਹੀ ਨਹੀਂ। ਅਤੇ ਫਿਰ ਆਪਾਂ ਨੂੰ ਧਿਆਨ ਸਿਮਰਨ ਕਰਕੇ ਸੁੰਨ ਸਮਾਧੀ ਦੇ ਵਿੱਚ ਲਾਉਣ ਜਿਹੜਾ ਬੈਠਣ ਦਾ ਮਕਸਦ ਕੀ ਹੈਗਾ? ਕਾਹਦੇ ਵਾਸਤੇ? ਆਹੀ ਤਾਂ ਬਿਜ਼ਨਸ ਹੈਗਾ ਜੀ, ਆਹੀ ਤਾਂ ਬਿਜ਼ਨਸ ਹੈਗਾ, ਇਹੀ ਤਾਂ ਬਿਜ਼ਨਸ ਹੈਗਾ।
हर के नाम के व्यापारी, हीरा हाथ चढ़िया निर्मोलक, छुट गई संसारी। ਇਸੇ ਦੇ ਨਾਲ ਐਸਾ ਕੀਮਤੀ ਹੀਰਾ ਹੈਗਾ ਇਹ ਜਿਹੜਾ ਧਿਆਨ ਸਿਮਰਨ ਕਰਨਾ, ਆਪਣੇ ਵਿਚਾਰ ਬੰਦ ਕਰਨੇ, ਇਹਦੇ ਨਾਲ ਚੰਗਾ ਇਨਸਾਨ ਵੀ ਬਣਦਾ, ਚੰਗੇ ਗੁਣ ਵੀ ਆਉਂਦੇ ਆ, ਔਰ ਇਹ ਸੰਸਾਰੀ ਜਿਹੜੀ ਗੇਮ ਜਿਹੜੀ ਮਾਲਕ ਪਰਮਾਤਮਾ ਨੇ ਪਾਈ ਹੋਈ ਆ, ਇਹ ਗੇਮ ਤੋਂ ਵੀ ਬਾਹਰ ਨਿਕਲ ਜਾਈਦਾ ਹੈ ਭਾਈ। ਇਹ ਸੰਸਾਰੀ ਜਿਹੜੀ ਆ ਮਾਇਆ ਜਿਹੜੀ ਚਿੰਬੜੀ ਹੋਈ ਆ, ਇਹ ਵੀ ਛੁੱਟ ਜਾਂਦੀ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਉਹ ਕਹਿੰਦੇ ਨੇ, कहते संतो बंजिया नाम गोविंद का, ऐसी खेप हमारी, हर के नाम के व्यापारी, ਬਿਜ਼ਨਸਮੈਨ। ਵਪਾਰ ਜਿਹੜਾ ਕਰਦੇ ਨੇ ਹਰੀ ਦਾ ਨਾਮ ਦਾ ਮਤਲਬ ਤੇ ਇਹੋ ਹੀ ਆ ਕਿ ਉਹ ਵਪਾਰ ਤੇ ਕਿੱਦਾਂ ਕਰੋਗੇ ਤੁਸੀਂ? ਸੱਚੇ ਜੀਵਨ ਦੇ ਨਾਲ ਹੀ ਕਰੋਗੇ। ਬੇਈਮਾਨੀ ਨਾਲ ਥੋੜੀ ਵਪਾਰ ਹੋਣਾ। ਫਿਰ ਤੇ ਬੇਈਮਾਨੀ ਤੇ ਮਾਇਆ ਦੀ, ਮਾਇਆ ਮਿਲੂਗੀ ਤੁਹਾਨੂੰ, ਪਰਮਾਤਮਾ ਨਹੀਂ ਮਿਲ ਸਕਦਾ। ਜਿੱਥੇ ਤੁਸੀਂ ਡਿਊਟੀ ਆਪਣੀ ਤੋਂ ਭੱਜ ਗਏ, ਉੱਥੇ ਫਿਰ ਪਰਮਾਤਮਾ ਨਹੀਂ ਹੈਗਾ, ਉੱਥੇ ਮਾਇਆ ਹੀ ਮਿਲੂਗੀ ਤੁਹਾਨੂੰ। ਜਿੱਥੇ ਸੱਚ ਆ, ਕਬੀਰ ਜੀ ਐਵੇਂ ਥੋੜੀ ਕਹਿੰਦੇ ਨੇ ਕਿ ਮੈਂ ਔਖਦ ਘਾਟੀ ਨਾਮ ਆਰਾਮ ਕੀਤਾ ਚੜ ਰਹੋ ਕਬੀਰ, ਕਿ ਉੱਥੇ ਪਰਮਾਤਮਾ ਮਿਲਣਾ। ਦੂਜੀ ਤਰਫ ਭਵ ਸਾਗਰ ਆ, ਮਾਇਆ ਮਿਲਦੀ ਹੈ। ਮਾਇਆ ਬਹੁਤ ਮਿੱਠੀ ਹੈ, ਪਰ ਉਹ ਕਹਿੰਦੇ ਅੰਦਰੋਂ ਮਿੱਠੀ, ਬਾਹਰੋਂ ਮਿੱਠੀ, ਅੰਦਰੋਂ ਸਹੀ ਨਹੀਂ ਹੈਗੀ। ਇਹ ਦਵਾਈ ਵਾਂਗੂ ਬਾਹਰ ਕੋਟ ਕੀਤਾ, ਪਰ ਅੰਦਰੋਂ ਨਹੀਂ ਸਵਾਦ ਇਹਦਾ ਸਹੀ। ਇਸ ਕਰਕੇ ਕਹਿੰਦੇ ਨੇ ਕਿ ਕਹਿੰਦੇ ਕਿ ਮੈਂ ਜਿਹੜਾ ਵਪਾਰ ਕੀਤਾ ਨਾਮ ਦਾ ਕੀਤਾ। ਹੁਣ ਤੁਸੀਂ ਕਿਹੜਾ ਕਰਨਾ ਉਹ ਤੁਹਾਡੀ ਮਰਜ਼ੀ ਆ। ਤੁਸੀਂ ਕਾਂਸੀ ਵੇਚ ਲਓ, ਤੁਸੀਂ ਤਾਂਬਾ ਵੇਚ ਲਓ, ਤੁਸੀਂ ਲੌਂਗ ਵੇਚ ਲਓ, ਤੁਸੀਂ ਲਾਚਾ ਵੇਚ ਲਓ, ਜੋ ਮਰਜ਼ੀ ਕਰ ਲਓ। ਇਹ ਜਿਹੜਾ ਜੇਕਰ ਤੁਸੀਂ ਸੌਰੀ ਮੈਂ ਨਾ ਇਹ ਨਾ ਐਕਚੁਅਲੀ ਗੋਰਕੀ ਸਾਹਿਬ ਗੱਲ ਤਾਂ ਉਹੀ ਹੈਗੀ ਜਿਹੜੀ ਆਪਾਂ ਕਹਿੰਦੇ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਤੇ ਨਾਮ ਬਿਨਾ ਕੈਸੇ ਆਚਾਰ। ਚੰਗਾ ਇਨਸਾਨ ਬਣਨਾ ਹੈ, ਚੰਗੇ ਗੁਣ ਜਿਹੜੇ ਹੈਗੇ ਨਾਮ ਤੋਂ ਬਗੈਰ ਕਿਵੇਂ ਆਉਣਗੇ ਦੱਸੋ? ਬਸ ਇਹ ਧਿਆਨ ਸਿਮਰਨ ਤੋਂ ਬਗੈਰ ਇਹ ਚੰਗੇ ਗੁਣ ਆ ਹੀ ਨਹੀਂ ਸਕਦੇ ਗੁਰਕੀ ਸਾਹਿਬ। ਇਹ ਜਿਹੜੀ ਅਵਗੁਣ ਜਾ ਹੀ ਨਹੀਂ ਸਕਦੇ ਆਪਣੇ। ਹਾਂਜੀ ਬਿਲਕੁਲ ਸਹੀ। ਹੁਣ ਸਾਧ ਸੰਗਤ ਜੀ ਦੇਖੋ, ਆਪ ਇੱਕ ਚੀਜ਼ ਨੂੰ ਸਾਡੀਆਂ ਭਾਵਨਾਵਾਂ, ਸਾਡੇ ਵਿਚਾਰ, ਦੇਖੋ ਸਾਡੀਆਂ ਭਾਵਨਾਵਾਂ, ਸਾਡੇ ਜਜ਼ਬਾਤ ਜਿਹੜੇ ਹੁੰਦੇ ਨੇ, ਜਿਹਨੂੰ ਅਸੀਂ ਫੀਲਿੰਗ ਕਹਿ ਦਿੰਦੇ, ਮਹਿਸੂਸ ਕਰ। ਹੁਣ ਤੁਸੀਂ ਆਪਣੀ ਫੀਲਿੰਗ ਨੂੰ ਨਹੀਂ ਬਦਲ ਸਕਦੇ। ਕਿੱਥੋਂ ਬਦਲੋਗੇ? ਤੁਹਾਡੀ ਫੀਲਿੰਗ ਹੈਗੀ ਹੈ। ਕੋਈ ਬੰਦਾ ਲਾਗਿਆ ਕਿ ਬਹਿ ਗਿਆ, ਤੁਸੀਂ ਉਸ ਤੋਂ ਨਫ਼ਰਤ ਕਰਦੇ, ਉਹਦੀ ਫੀਲਿੰਗ ਦੇ ਬਾਰੇ ਕੀ ਕਰੋਗੇ? ਅੰਦਰੋਂ ਪੈਦਾ ਹੋ ਰਹੀ ਹੈ ਤੁਹਾਡੇ ਅੰਦਰ ਇਮੋਸ਼ਨ। ਜਿੱਦਾਂ ਦੇ ਤੁਹਾਡੇ ਅੰਦਰ ਇਮੋਸ਼ਨ ਭਰੇ, ਉਦਾਂ ਦਾ ਸਟਰਕਚਰ ਤੁਹਾਡੇ ਜੀਵਨ ਦਾ ਬਣ ਜਾਣਾ। ਜੀਵਨ ਨਹੀਂ ਬਦਲਣਾ। ਦੁਨੀਆ ਦੇ ਵਿੱਚ ਕੁਝ ਕੀਤਾ ਜਾ ਸਕਦਾ ਤੇ ਕੇਵਲ ਇੱਕ ਛੋਟੀ ਜਿਹੀ ਤੁਹਾਡੇ ਇੱਕ ਛੋਟੀ ਜਿਹੀ ਵਿੰਡੋ ਹੈਗੀ ਆ, ਜਿਹਨੂੰ ਵਰਤਮਾਨ ਕਾਲ ਰੂਪੀ ਧਾਰਾ ਕਹਿੰਦੇ ਆ। ਉੱਥੇ ਜਾ ਕੇ ਕੁਝ ਕੀਤਾ ਜਾ ਸਕਦਾ। ਵਰਤਮਾਨ ਚ ਹੀ ਹੋਏਗਾ ਤੇ ਕੁਝ ਹੋਣਾ ਹੈ। ਨਾ ਭੂਤ ਚ ਕੀਤੇ ਨਾ ਕੁਝ ਹੋਣਾ, ਤੇ ਨਾ ਭਵਿੱਖ ਚ ਕੀਤੇ ਕੁਝ ਹੋਣਾ, ਕਿਉਂਕਿ ਹੁਣ ਤੇ ਸਮਾਂ ਲੰਘ ਗਿਆ, ਦੂਜਾ ਆਇਆ ਨਹੀਂ। ਹੁਣ ਇੱਕ ਬਿੰਦੂ ਤੁਹਾਡੇ ਕੋਲ ਹੈਗਾ, ਵਰਤਮਾਨ ਕਾਲ ਰੂਪੀ ਧਾਰਾ, ਜਿਹਨੂੰ ਆਪਾਂ ਤੁਰੀਆ ਤੱਤ ਕਹਿੰਦੇ। ਇਹਦੇ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ। ਹੁਣ ਜਜ਼ਬਾਤ ਨੇ, ਭਾਵਨਾਵਾਂ ਨੇ, ਇਮੋਸ਼ਨ ਨੇ, ਆਪਾਂ ਜਿਹਨੂੰ ਫੀਲਿੰਗ ਕਹਿ ਦਿੰਦੇ ਆ, ਇਹਦੇ ਬਾਰੇ ਕੁਝ ਨਹੀਂ ਕਰ ਸਕਦੇ। ਕੇਵਲ ਇੱਕ ਕੰਮ ਤੇ ਕੁਝ ਹੋ ਸਕਦਾ, ਉਹ ਹੈ ਤੁਹਾਡਾ ਵਿਚਾਰ। ਜਦੋਂ ਨੈਗੇਟਿਵ ਵਿਚਾਰ ਆ ਜਾਣ, ਨਕਾਰਾਤਮਕ ਵਿਚਾਰ ਆ ਜਾਣ, ਬੁਰੇ ਵਿਚਾਰ ਆ ਜਾਣ ਜਾਂ ਚੰਗੇ ਵਿਚਾਰ ਆ ਜਾਣ, ਇਹ ਵਿਚਾਰਾਂ ਦੇ ਵਿੱਚ ਕੁਝ ਕੀਤਾ ਜਾ ਸਕਦਾ ਹੈ। ਹੁਣ ਇੱਕ ਬੰਦਾ ਹੈ, ਉਹ ਤੁਹਾਡੇ ਸਾਹਮਣੇ ਆ ਕੇ ਖਲੋ ਗਿਆ, ਮਨ ਚ ਇੱਕ ਵਿਚਾਰ ਹੈ ਕਿ ਬੰਦਾ ਪਤਾ ਨਹੀਂ ਕਿਹੜੀ ਗੱਲੋਂ ਮੇਰੇ ਘਰੇ ਆਇਆ, ਇਹ ਬੰਦਾ ਸਹੀ ਨਹੀਂ ਹੈ, ਬੰਦਾ ਮਾੜਾ ਹੈ, ਕੁਛ ਵੀ ਨੈਗੇਟਿਵਿਟੀ ਆਪਾਂ ਉਹਦੇ ਬਾਰੇ ਸੋਚਦੇ ਹਾਂ। ਉਹ ਸੋਚਣ ਦੇ ਲਈ ਸਾਡੇ ਅੰਦਰ ਵਿਚਾਰ ਚੱਲਦੇ ਆ ਨਿੱਜਰ ਸਾਹਿਬ। ਬਿਲਕੁਲ ਚੱਲਦੇ ਆ ਜੀ, ਬਿਲਕੁਲ ਚੱਲਦੇ ਆ। ਹਾਂ, ਔਰ ਉਹ ਵਿਚਾਰ ਏਦਾਂ ਦੇ ਨੇ ਕਿ ਜੇ ਤੇ ਥੋੜੀ ਜਿਹੀ ਵਿਚਾਰ ਆਏ ਔਰ ਤੁਸੀਂ ਉਹਨੂੰ ਕਨਵਿੰਸ ਕੀਤਾ ਮਨ ਆਪਣੇ ਨੂੰ ਕਿ ਭਈ ਇਹ ਬੰਦਾ ਠੀਕ ਹੈ ਯਾਰ, ਚੰਗਾ ਭਲਾ ਬੰਦਾ, ਇਹਨੂੰ ਕੀ ਹੋਇਆ, ਔਰ ਤੂੰ ਕਿਉਂ ਨੈਗੇਟਿਵ ਸੋਚ ਰਿਹਾ, ਉਸ क्षण ਦੇ ਵਿੱਚ ਤੁਸੀਂ ਉਹਨੂੰ ਨੈਗੇਟਿਵ ਤੋਂ ਪੋਜ਼ਿਟਿਵ ਵੀ ਕਰ ਸਕਦੇ। ਕੇਵਲ ਤੁਹਾਡੇ ਵਿਚਾਰਾਂ ਦੇ ਪ੍ਰਤੀ ਤੁਸੀਂ ਕਿੱਦਾਂ ਸੋਚਦੇ ਜੋ, ਇਹ ਸੋਚਣ ਦੀ ਜਿਹੜੀ ਧਾਰਾ ਹੈ, ਤੁਸੀਂ ਫੁੱਲ ਸਟਾਪ ਕਰ ਸਕਦੇ, ਉਹਨੂੰ ਰੋਕ ਸਕਦੇ ਹੋ। ਤੇ ਜੇ ਨਹੀਂ ਰੋਕਿਆ, ਉਹ ਧਾਰਾ ਵਗਦੀ ਜਾਣੀ ਔਰ ਤੁਹਾਡੇ ਅੰਦਰ ਚਿੱਤ ਚ ਉਸ ਬੰਦੇ ਦੇ ਲਈ ਨਫ਼ਰਤ ਵਧੇਗੀ, ਚੰਗਿਆਈ ਨਹੀਂ ਵਧਣੀ, ਕਿਉਂਕਿ ਤੁਸੀਂ ਵਿਚਾਰਾਂ ਨੂੰ ਰੋਕਿਆ ਨਹੀਂ ਹੈ। ਹਾਂ, ਜਦੋਂ ਤੁਸੀਂ ਵਿਚਾਰਾਂ ਨੂੰ ਰੋਕ ਲਿਆ ਪੋਜ਼ਿਟਿਵ ਐਨਰਜੀ ਦੇ ਨਾਲ, ਬੁੱਧੀ ਕਹਿੰਦੀ ਹੈ ਨਾ, ਵਿਵੇਕ ਬੁੱਧੀ, ਉਹ ਕਹਿੰਦੀ ਹੈ ਛੱਡ ਖੜਾ ਯਾਰ, ਉਸ ਬੰਦੇ ਨੇ ਮਾੜਾ ਕਰਮ ਕੀਤਾ ਸੀ, ਉਹ ਜਾਣੇ, ਪਰ ਮੈਂ ਤੇ ਨਾ ਮਾੜਾ ਕਰਾਂ।
ਨਜ਼ਰ ਸਾਹਿਬ ਠੀਕ ਹੈ ਜੀ? ਬਿਲਕੁਲ ਵਧੀਆ, ਬਿਲਕੁਲ ਸਹੀ ਆ ਗੋਰਖੀ ਸਾਹਿਬ, ਕਿਉਂਕਿ ਗੋਰਖੀ ਸਾਹਿਬ ਆਪਾਂ ਜਿਹੜੀ ਚੀਜ਼ ਪਾਸਟ ਹੈਗੀ, ਜਿਹੜੀ ਭੂਤਕਾਲ ਆ, ਜਿਹੜੀ ਚੀਜ਼ ਗੁਜ਼ਰ ਚੁੱਕੀ ਆ, ਉਹਨੂੰ ਆਪਾਂ ਕੀ ਕਰ ਸਕਦੇ ਹਾਂ? ਦੇਖੋ, ਗੁਜ਼ਰੇ ਹੋਏ ਨੂੰ ਤਾਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਨਾ। ਉਹ ਤਾਂ ਤੀਰ ਚਲਾ ਗਿਆ, ਉਹਨੇ ਡੈਮੇਜ ਕਰਤਾ, ਜਾਂ ਉਹਨੇ ਜਿਹੜਾ ਆਪਣਾ ਫਾਇਦਾ ਕਰਤਾ, ਜੋ ਕੁਝ ਵੀ ਕਰਤਾ ਉਹਨੇ ਕਰਤਾ। ਉਹਨੂੰ ਆਪਾਂ ਨਾ ਤਾਂ ਉਹਨੂੰ ਮਾਈਨਸ ਪਲੱਸ ਉਹਦੀ ਕੋਈ ਅਮੈਂਡਮੈਂਟ ਨਹੀਂ ਕਰ ਸਕਦੇ ਆਪਾਂ। ਔਰ ਫਿਊਚਰ ਜਿਹੜਾ ਆਇਆ ਹੀ ਨਹੀਂ ਹੈਗਾ, ਉਹਨੂੰ ਆਪਾਂ ਕੀ ਕਰ ਸਕਦੇ ਹਾਂ? ਆਪਣੇ ਕੋਲ ਤਾਂ ਹੈ ਹੀ ਪ੍ਰੈਜ਼ੈਂਟ, ਬਿਲਕੁਲ ਛੋਟਾ ਜਿਹਾ ਪ੍ਰੈਜ਼ੈਂਟ ਹੈਗਾ। ਉਹਨੂੰ ਜੇ ਸਹੀ ਕਰਾਂਗੇ ਤਾਂ ਇਹਨੇ ਹੀ ਜਾ ਕੇ ਪਾਸਟ ਬਣ ਜਾਣਾ ਹੈ। ਔਰ ਪਾਸਟ ਤੁਹਾਡਾ ਜਿਹੜਾ ਹੈਗਾ, ਇਹਨੇ ਉਹਨੂੰ ਪਾਸਟ ਦੇ ਉੱਤੇ ਛਪ ਜਾਣਾ ਜਾ ਕੇ, ਇਹਨੇ ਪਾਸਟ ਨੂੰ ਸਹੀ ਕਰ ਦੇਣਾ ਇਹਨੇ। ਔਰ ਇਹਨੇ ਜਿਹੜਾ ਫਿਊਚਰ ਵੀ ਇਹਦੇ ਨਾਲ ਬਣ ਜਾਣਾ, ਕਿਉਂਕਿ ਜੋ ਐਕਸ਼ਨ ਹੁਣ ਕਰ ਰਹੇ ਪ੍ਰੈਜ਼ੈਂਟ ਦੇ ਵਿੱਚ, ਇਹਨੇ ਪਾਸਟ ਬਣਨਾ, ਜਿਹਨੇ ਇਹ ਆਪਣੇ ਕਰਮ ਬਣ ਜਾਣੇ ਆ, ਔਰ ਇਹਨਾਂ ਦਾ ਆਪਾਂ ਨੂੰ ਗਾਹਾਂ ਫਲ ਮਿਲਣਾ ਹੈ। ਬਸ ਇਸ ਕਰਕੇ ਪ੍ਰੈਜ਼ੈਂਟ ਹੀ ਹੈ ਆਪਣੇ ਕੋਲ। ਜੇ ਆਪਾਂ ਕੁਝ ਵੀ ਕਰਨਾ ਹੈ ਤੇ ਪ੍ਰੈਜ਼ੈਂਟ 'ਚ ਹੀ ਕਰ ਸਕਦੇ ਹਾਂ। ਹਾਂਜੀ ਗੋਰਖੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਜੀ। ਤੁਹਾਡੇ ਕੋਲ ਬਹੁਤ ਛੋਟੀ ਜਿਹੀ ਇੱਕ ਵਿੰਡੋ ਹੈਗੀ ਹੈ, ਜਿਹਨੂੰ ਆਪਾਂ ਵਰਤਮਾਨ ਕਾਲ ਦਾ ਰੱਖਦੇ ਹਾਂ, ਜਿਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ ਕਿ ਤੁਰੀ ਆ। ਉੱਥੇ ਕੁਝ ਕੀਤਾ ਜਾ ਸਕਦਾ, ਉਹੋ ਹੀ ਕੀਤਾ ਕੰਮ ਆਉਂਦਾ। ਜੇਕਰ ਤੁਸੀਂ ਹੁਣ ਨਹੀਂ ਨਾ ਕੁਝ ਕਰ ਰਹੇ ਤੇ ਆਪਣੇ ਆਪ ਤੇ ਕੁਝ ਵੀ ਨਹੀਂ ਹੋਣਾ। ਕਿੱਥੇ ਹੋਣਾ? ਆਪਣੇ ਆਪ ਕੁਝ ਨਹੀਂ ਹੁੰਦਾ। ਕਹਿੰਦਾ ਹੋ ਨਹੀਂ ਜਾਂਦਾ ਸੱਜਣਾ, ਕਰਨਾ ਪੈਂਦਾ ਹੈ। ਬਹੁਤ ਹੋ ਨਹੀਂ ਜਾਂਦਾ, ਕਰਨਾ ਪੈਣਾ ਤੈਨੂੰ। ਬਿਲਕੁਲ। ਉਹ ਤੇ ਕੁਝ ਵੀ ਨਹੀਂ ਜਾਂਦਾ। ਪੈੜੀ ਸੁੱਕੀ ਪਈ ਆ, ਨਹੀਂ ਮੀਂਹ ਪਿਆ ਤੇ ਕਿੱਥੋਂ ਉੱਥੇ ਕੁਝ ਨਹੀਂ ਉੱਗਣਾ। ਉੱਥੇ ਕਰਨਾ ਪੈਣਾ ਤੈਨੂੰ। ਕੋਈ ਆੜ ਊੜ ਬਣਾ। ਹੁਣ ਜੇ ਸਿੱਧੀ ਆੜ ਬਣਾਈਏ ਤੇ ਸਿੱਧਾ ਪਾਣੀ ਜਾਊਗਾ। ਜੇ ਸੱਪ ਨੂੰ ਐਨਾ ਕੌਡਾ ਬਣਾ ਕੇ ਬੈਠਾ ਹੋਏਗਾ ਤੇ ਪਾਣੀ ਓਦਾਂ ਹੀ ਜਾਣਾ। ਜਿੱਦਾਂ ਦੀ ਤੇਰੇ ਅੰਦਰ ਸ਼ਕਤੀ ਹੈ ਨਾ, ਚੇਤਨਾ ਦੇ ਵਿੱਚ ਕੋਈ ਚੀਜ਼ ਪੈਦਾ ਹੋ ਗਈ, ਵਿਚਾਰ ਮੰਡਲ ਚ ਕੁਝ ਚਿੱਤ ਚ ਵਿਚਾਰ ਆ ਗਿਆ, ਜੇ ਤੇ ਉਹਨੂੰ ਤੁਸੀਂ ਚਾਰਜਿੰਗ ਕਰਤਾ, ਜਿਹਦਾ ਮੋਬਾਈਲ ਚਾਰਜ ਕਰ ਦਈਏ ਨਾ, ਇੱਕ ਤੇ ਹੁੰਦੀ ਬੈਟਰੀ ਥੋੜੀ ਜਿਹੀ, ਤੁਸੀਂ ਥੋੜੀ ਜਿਹੀ ਬੈਟਰੀ ਸਟਾਰਟ ਕੀਤੀ 5% 3% ਹੁਣੇ ਬੰਦ ਹੋ ਜਾਣੀ। ਪਰ ਜਿੱਦਣ ਤੁਸੀਂ ਵਿਚਾਰ ਦੇ ਵਿੱਚ ਹੋਰ ਵਿਚਾਰ ਪਾਤੇ ਨਾ, ਤੇ ਤੁਹਾਡੇ ਚਿੱਤ ਨੇ ਉਸ ਗੰਦੇ ਵਿਚਾਰ ਦੇ ਨਾਲ ਚਾਰਜ ਹੋ ਜਾਣਾ। ਉਹਨੇ ਫਿਰ ਸ਼ਾਂਤ ਨਹੀਂ ਹੋਣਾ। ਉਸਨੇ ਕੀ ਕਰਨਾ ਹੈ ਕਿ ਉਸ ਬੰਦੇ ਦੇ ਪ੍ਰਤੀ ਨੈਗੇਟਿਵਿਟੀ, ਬੁਰੇ ਵਿਚਾਰ, ਈਰਖਾ, ਨਫ਼ਰਤ, ਦਵੈਸ਼, ਏਦਾਂ ਕੁਝ ਲਈ ਹੋਣਾ ਨਜ਼ਰ ਸਾਹਿਬ। ਬਿਲਕੁਲ। ਇਹ ਆਪਣੇ ਅੰਦਰ ਜਿਹੜਾ ਬਣ ਰਿਹਾ ਆਪਣਾ ਜਿਹੜਾ ਹੈਗਾ ਪਾਸਟ ਉਹੇ ਜਿਹਾ ਬਣੇ ਜਾਣਾ। ਪਾਸਟ ਦੇ ਉਹੇ ਜਿਹੇ ਆਪਣੇ ਕਰਮ ਹੋ ਜਾਣੇ ਆ, ਔਰ ਆਪਾਂ ਜਿਹੜੇ ਹੈਗੇ ਔਰ ਲੀਹਾਂ ਬਣ ਜਾਣੀਆਂ ਆਪਣੇ ਅੰਦਰ। ਪ੍ਰੈਜ਼ੈਂਟ ਵੀ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਉਹੀ ਕੰਮ ਕਰਾਂਗੇ, ਤੇ ਫਿਊਚਰ ਵੀ ਗਿਆ ਉਹਦੇ ਨਾਲ। ਗਾਹਾਂ ਵੀ ਉਸੇ ਲੀਹਾਂ ਤੋਂ ਚੱਲਾਂਗੇ ਤਾਂ ਉਹਨਾਂ ਲੀਹਾਂ ਦੇ ਵਿੱਚ ਹੀ ਚੱਲਾਂਗੇ ਆਪਾਂ। ਹੋਰ ਕਿਹੜੀਆਂ ਨਵੀਆਂ ਲੀਹਾਂ ਬਣਾ ਲਾਂਗੇ ਆਪਾਂ? ਹਾਂ, ਤੇ ਜਦੋਂ ਤੁਸੀਂ ਇੱਕ ਵਾਰੀ ਦੇਖਿਆ ਨੀ ਉਹ ਪੈ ਦੇ ਵਿੱਚ ਜਦੋਂ ਮੀਂਹ ਪੈਂਦਾ ਤੇ ਲੀਕਾਂ ਬਣੀਆਂ ਹੁੰਦੀਆਂ। ਹਾਂ, ਇਹ ਕੱਚੇ ਪੈ ਦੇ ਵਿੱਚ ਜਦੋਂ ਮੀਂਹ ਪਊਗਾ ਤੇ ਸਭ ਤੋਂ ਪਾਣੀ ਪਹਿਲਾਂ ਉਧਰ ਜਾਣਾ ਜੀ ਜਿੱਥੇ ਲੀਕਾਂ ਬਣੀਆਂ ਹੋਏ। ਇਹ ਤੇ ਤੁਹਾਡੇ ਧਿਆਨ ਸਿਮਰਨ ਦਾ ਮਤਲਬ ਤੇ ਇਹੋ ਹੀ ਆ, ਉਹ ਲੀਕਾਂ ਨੂੰ ਬੰਦ ਕਰ ਦੋ। ਬਿਲਕੁਲ। ਚੰਗਾ ਜੱਟ ਜਿਹੜਾ ਹੁੰਦਾ ਹੈ ਨਾ, ਉਹ ਕਹਿੰਦੇ ਜੀ ਸਾਹਾ ਲੰਘ ਗਿਆ ਤੇ ਕਹਿੰਦੇ ਸਾਹੇ ਨੂੰ ਨਹੀਂ ਮੈਂ ਰੋਂਦਾ, ਮੈਂ ਤਾਂ ਪੈਸੇ ਨੂੰ ਰੋਣਾ ਹੈ। ਜਿਹੜਾ ਪੈਸਾ ਬਣਾ ਗਿਆ ਇਹ ਬਾਰ-ਬਾਰ ਜਿਹੜਾ ਲਾਂਘਾ ਹੋਣਾ ਇੱਥੋਂ। ਹਾਂਜੀ ਵੀਰ ਜੀ। ਹਾਂ, ਤੇ ਬਸ ਉਹ ਚਿੱਤ ਦੇ ਵਿੱਚ ਵਿਚਾਰਾਂ ਦਾ ਲਾਂਘਾ ਬੰਦ ਕਰਨਾ। ਹਾਂਜੀ ਨਿਜਰ ਸਾਹਿਬ ਅੱਗੇ ਚਲੀਏ। ਹਰ ਕੇ ਨਾਮ ਕੇ ਵਪਾਰੀ, ਹੀਰਾ ਹੱਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਆਹੀ ਹੀਰਾ ਹੈ ਭਾਈ, ਨਿਰਮੋਲਕ ਹੀਰਾ ਹੈਗਾ। ਵੀ ਪ੍ਰੈਜ਼ੈਂਟ ਦੇ ਵਿੱਚ ਆਪਾਂ ਜੇ ਵਿਚਾਰ ਬੰਦ ਕਰਤੇ ਤੇ ਪਿਛਲੇ ਜਿਹੜੇ ਹੈਗੇ ਪਿਛਲੀਆਂ ਲੀਹਾਂ ਵੀ ਮਿਟ ਜਾਣੀਆਂ ਆ ਉਹਦੇ ਨਾਲ, ਤੇ ਗਾਹਾਂ ਤਾਂ ਆਪਣਾ ਜਿਹੜਾ ਹੈਗਾ ਔਰ ਇਸੇ ਦੀ ਇਵੈਲੂਏਸ਼ਨ ਹੋ ਜਾਣੀ ਆ ਆਪਣੀ। ਹੀਰਾ ਹੱਥ ਚੜਿਆ, ਇਹ ਨਿਰਮੋਲਕ ਹੀਰਾ ਹੈ ਭਾਈ, ਇਹਦੇ ਨਾਲ ਹੀ ਸੰਸਾਰੀ ਛੁੱਟਣੀ ਹੈ। ਸੰਸਾਰੀ ਕੀ ਹੈ? ਵਿਚਾਰ ਤਾਂ ਹੈਗੇ। ਸੰਸਾਰ ਦੇ ਨਾਲ ਆਪਾਂ ਜੁੜੇ ਹਾਂ, ਵਿਚਾਰਾਂ ਦੇ ਨਾਲ ਜੁੜੇ ਹਾਂ। ਔਰ ਉਹ ਵਿੰਡੋ ਤਾਂ ਛੋਟੀ ਜਿਹੀ ਹੈਗੀ, ਪ੍ਰੈਜ਼ੈਂਟ ਦੀ ਜਿਹੜੀ ਵਿੰਡੋ ਹੈਗੀ, ਜਿੱਥੇ ਆਪਾਂ ਵਰਕ ਕਰਦੇ ਹਾਂ। ਬਸ ਉਸ ਜਗ੍ਹਾ 'ਤੇ ਜਿਹੜਾ ਹੈਗਾ ਵਿਚਾਰ ਉੱਥੇ ਬੰਦ ਹੋ ਜਾਂਦੇ ਆ, ਉਹਨੂੰ ਚਿੱਤ ਕਹਿੰਦੇ। ਜੇ ਉੱਥੇ ਵਿਚਾਰ ਬੰਦ ਹੋ ਗਏ, ਉਹਨਾਂ ਨੂੰ ਆਪਾਂ ਨੇ ਦੇਖ ਲਿਆ ਤੇ ਸੰਸਾਰੀ ਜਿਹੜੀ ਛੁੱਟ ਜਾਂਦੀ ਹੈ। ਫਿਰ ਰਹਾਓ ਸਾਚੇ ਲਾਏ ਤਉ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਇਹ ਭਾਈ ਮਾਲਕ ਪਰਮਾਤਮਾ ਜਿਹੜਾ ਹੈਗਾ ਉਹਦੀ ਮਿਹਰ ਹੁੰਦੀ ਆ। ਉਹਦੇ ਅੱਗੇ ਜਿਹੜਾ ਹੈਗਾ ਆਪਾਂ ਨੂੰ ਬੇਨਤੀ ਜੋਦੜੀ ਕਰਨੀ ਪੈਂਦੀ ਆ ਵੀ ਮਾਲਕਾ, ਮੈਂ ਜਿਹੜਾ ਹੈਗਾ ਸੱਚ ਦੇ ਨਾਲ ਜੁੜਨਾ ਚਾਹੁੰਦਾ ਹੈ। ਮੈਂ ਆਪਣੇ ਆਪ ਨੂੰ ਦੇਖਣਾ ਚਾਹੁੰਦਾ ਹੈ। ਮੈਂ ਤੇਰੇ ਨੇੜੇ ਆਉਣਾ ਚਾਹੁੰਦਾ ਹੈ। ਤਉ ਸੱਚ ਲਾਗੇ, ਤਾਂ ਲੱਗਦੇ ਆ ਭਾਈ, ਉਹ ਮਾਲਕ ਨੇ ਲਾਉਣਾ ਹੈ।
ਸਾਚੇ ਕੇ ਵਿਵਹਾਰੀ, ਇਹ ਵਿਵਹਾਰ ਕਰਨ ਵਾਸਤੇ, ਇਹ ਬਿਜ਼ਨਸ ਕਰਨ ਦੇ ਵਾਸਤੇ। ਸਾਚੀ ਵਸਤ ਕੇ ਪਹਾੜ ਚਲਾਏ ਪਹੁੰਚੇ ਜਾਏ ਭੰਡਾਰੀ। ਕਹਿੰਦੇ ਕਮਾਲ ਹੋ ਗਈ, ਇੰਨਾ ਨਾਮ ਤਨ ਇਕੱਠਾ ਕਰ ਲਿਆ, ਔਗੁਣ ਬਿਲਕੁਲ ਛੁਪ ਗਏ, ਔਗੁਣ ਹੈ ਹੀ ਨਹੀਂ ਹੈ। ਲਿਸ਼ਕਾਰੇ ਮਾਰਦੀ ਆਤਮਾ ਜਿਹੜੀ ਹੈਗੀ, ਕਾਰਨ ਸ਼ਰੀਰ ਪੂਰਾ ਤਾਂ ਪੂਰਾ ਨਸ਼ਟ ਹੋ ਗਿਆ। ਐਸਾ ਪਹੁੰਚ ਗਏ ਭੰਡਾਰੀ ਦੇ ਕੋਲ ਪਹੁੰਚ ਗਏ। ਦੇਖ ਲਓ, ਆਤਮਾ ਦੇ ਕੋਲ ਪਹੁੰਚ ਗਈ ਸੁਰਤ। ਆਤਮਾ ਹੀ ਭੰਡਾਰੀ ਹੈਗਾ ਭਾਈ, ਪਰਮਾਤਮਾ ਸਾਰਾ ਭੰਡਾਰਾ ਤਾਂ ਉਹਦੇ ਕੋਲ ਹੈਗਾ। ਸਾਚੀ ਵਸਤ ਕੇ ਭਾਰ ਚਲਾਏ, ਲੱਦ ਲਈ ਸੱਚੀ ਵਸਤੂ, ਇਹਨੂੰ ਕਹਿੰਦੇ ਨਾਮ ਦੀ ਵਸਤੂ, ਨਾਮ ਦਾ ਧਨ। ਐਸਾ ਭਾਰ ਇਕੱਠਾ ਕਰ ਲਿਆ ਭਾਈ, ਜਿਹੜਾ ਬਿਜ਼ਨਸ ਕਰਨ ਆਏ ਸੀਗੇ, ਪੂਰਾ ਲੋਡ ਇਕੱਠਾ ਹੋ ਗਿਆ, ਖੇਪ ਪੂਰੀ ਹੋ ਗਈ ਭਾਈ। ਸ਼ੁਰੂ 'ਚ ਹੀ ਦੱਸਦੇ ਆ ਕਿ ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇਹ ਤਾਂ ਭਾਰ ਹੀ ਹੋ ਗਿਆ ਬਹੁਤ। ਸਾਚੀ ਵਸਤ ਕੇ ਭਾਰ ਚਲਾਏ, ਔਰ ਸੱਚੀ ਵਸਤੂ ਹੈਗੀ ਆ। ਸਾਚੀ ਵਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਦੇਖੋ ਸਾਧ ਸੰਗਤ ਜੀ ਉੱਪਰ ਦਿਖਦੇ ਨੇ, ਕਹਿੰਦੇ ਹਰ ਕੇ ਨਾਮ ਕੇ ਵਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਟੂਟ ਗਈ ਸੰਸਾਰੀ। ਵਾਹ ਵਾਹ। ਉਹ ਕਹਿੰਦੇ ਨਾਮ ਦੇ ਰੂਪੀ ਜਿਹੜਾ ਹੀਰਾ ਸਾਨੂੰ ਜਦੋਂ ਮਿਲ ਗਿਆ, ਚੜਿਆ ਦਾ ਮਤਲਬ ਵੀ ਕਿਹਨੂੰ ਕਹਿੰਦੇ ਹੋ, ਇਹਦੇ ਹੱਥ 'ਚ ਕਿੱਦਾਂ ਇਹ ਏਡਾ ਵਧੀਆ ਸੌਦਾ ਚੜ ਗਿਆ। ਹਾਂ, ਇਹ ਬਟੇਰ ਕਿਵੇਂ ਆ ਗਿਆ ਪੱਟ ਥੱਲੇ। ਆਹੋ, ਚਰਨਜੀਤ ਨੂੰ ਪਤਾ ਤੇ ਵਲ ਤੇ ਆਉਂਦਾ ਨੀ ਆ, ਤੇ ਕਿੱਦਾਂ ਨੇ ਸਿਆਹ ਮਾਰ ਲਿਆ ਤੇ ਉਹ ਹਿਸਾਬ ਆ। ਕਹਿੰਦੇ ਆ ਕਿ ਮੇਰੇ ਹੱਥ ਤੇ ਉਹ ਚੜ ਗਿਆ। ਨਿਰਮੋਲਕ ਦਾ ਮਤਲਬ ਦੀ ਕੋਈ ਕੀਮਤ ਉੱਡ ਗਈ ਸੰਸਾਰੀ। ਸੰਸਾਰੀ ਦਾ ਸੁੱਟ ਗਿਆ ਨਾ ਮਤਲਬ ਕਿ ਬੇਵਕੂਫੀ, ਅਗਿਆਨ ਭਰਿਆ ਕੰਮ, ਅਵਿਦਿਆ, ਅਗਿਆਨ ਦੇ ਨਾਲ ਭਰੇ ਹੋਏ ਜੋ ਵੀ ਆਪਣਾ ਜੀਵਨ ਬਤੀਤ ਕਰ ਰਹੇ ਆ, ਗਿਆਨ ਪ੍ਰਗਟ ਹੋ ਗਿਆ। ਸੰਸਾਰੀ ਛੁੱਟ ਜਾਣਾ ਦਾ ਮਤਲਬ ਇਹ ਨਹੀਂ ਕਿ ਲੋਕਾਂ ਨੇ ਕੰਮ ਛੱਡ ਕੇ ਤੇ ਭੱਜ ਗਏ ਆ। ਤੇ ਰਾਜਾ ਜਨਕ ਕਿੱਦਾਂ ਰਾਜ ਭਾਗ 'ਚ ਬੈਠਾ ਸੀ, ਕੰਮ ਉਹ ਵੀ ਤਾਂ ਉਹ ਕਰਨ ਦਿਆ ਵਾ, ਪਰ ਹੁਣ ਜਿਹੜਾ ਜੀਵਨ ਦਾ ਮਕਸਦ ਬਦਲ ਚੁੱਕਿਆ। ਹੁਣ ਮੈਨੂੰ ਪਤਾ ਹੈ ਕਿ ਮੈਂ ਕੀ ਖਾ ਰਿਹਾ, ਪਤਾ ਹੁੰਦਾ ਬੰਦੇ ਨੂੰ ਮੈਂ ਕੀ ਕਰ ਰਿਹਾ, ਮੈਂ ਕੀ ਪਾ ਰਿਹਾ, ਮੈਂ ਕਿੱਦਾਂ ਦਾ ਜੀਵਨ ਬਤੀਤ ਕਰ ਰਿਹਾ। ਔਰ ਜਦੋਂ ਇੰਨਾ ਗਿਆਨ ਹੋ ਗਿਆ, ਸੰਸਾਰੀ ਆਪੇ ਛੁੱਟ ਜਾਏ, ਕਿਉਂਕਿ ਸਾਡਾ ਜੀਵਨ ਹੀ ਤੇ ਸੰਸਾਰ ਹੈ। ਕਹਿੰਦੇ ਹਰ ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਸਾਚੇ ਲਾਏ ਤਾਂ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਸੱਚੇ ਨਾਮ ਦਾ ਵਪਾਰ ਵਾਲੇ ਬੰਦੇ, ਇਹ ਪਰਮਾਤਮਾ ਲਾਉਂਦਾ ਹੈ। ਪਰਮਾਤਮਾ ਨੇ ਇਸ ਬਿਜ਼ਨਸ ਤੇ ਲਾਉਣਾ। ਬਿਜ਼ਨਸ ਤਾਂ ਪਰਮਾਤਮਾ ਦੇ, ਨਾਮ ਦਾ ਬਿਜ਼ਨਸ ਵੀ ਪਰਮਾਤਮਾ ਨੇ ਬਣਾਇਆ ਹੋਇਆ, ਔਰ ਦੁਨੀਆ ਦੇ ਬਿਜ਼ਨਸ ਜਿਹੜੇ ਹੈਗੇ ਉਹ ਵੀ ਮਾਲਕ ਪਰਮਾਤਮਾ ਨੇ ਸਾਰੇ ਸਲਾਟ ਬਣਾਏ ਹੋਏ ਆ। ਉਹ ਆਪਸ਼ਨ ਜੀਵ ਦੇ ਕੋਲ ਆ, ਬਈ ਕਿਹੜਾ ਪੈਰ ਚੁੱਕਣਾ, ਕਿਹੜੇ ਪਾਸੇ ਨੂੰ ਤੂੰ ਤੁਰਨਾ ਚਾਹੁੰਦਾ ਹੈ। ਬਈ ਮਾਇਆ ਵੱਲ ਨੂੰ, ਸੰਸਾਰ ਵੱਲ ਨੂੰ ਤੁਰਨਾ ਚਾਹੁੰਦਾ ਹੈ, ਸੰਸਾਰੀ ਗ੍ਰਹਿਣ ਕਰਨਾ ਚਾਹੁੰਦਾ ਹੈ, ਜਾਂ ਕਿ ਨਿਰੰਕਾਰੀ ਚੀਜ਼, ਨਿਰੰਕਾਰੀ ਗ੍ਰਹਿਣ ਕਰਨਾ ਚਾਹੁੰਦਾ ਹੈ। ਬਸ ਜੋ ਆਪਣਾ ਆਪਸ਼ਨ ਹੈ, ਦਿਲੋਂ ਡਿਮਾਂਡ ਹੁੰਦੀ ਹੈ, ਉਹੀ ਫੈਸਿਲਿਟੀ ਮਾਲਕ ਦੇ ਦਿੰਦਾ ਹੈ। ਉਹ ਲਾਉਂਦਾ ਹੈ। ਸਾਚੇ ਲਾਏ, ਪਰਮਾਤਮਾ ਨੇ ਲਾਏ, ਤਾਂ ਸੱਚ ਲਾਗੇ, ਤਾਂ ਸੱਚ ਦੇ ਨਾਲ ਲੱਗੇ। ਸਾਚੇ ਕੇ ਵਿਵਹਾਰੀ, ਵੀ ਸੱਚ ਦਾ ਵਿਵਹਾਰ ਹੈ। ਇਹ ਚਾਹੁੰਦਾ ਮੈਂ ਸੱਚ ਦੇ ਨਾਲ ਹੀ ਆਪਣਾ ਜਿਹੜਾ ਹੈਗਾ, ਮੇਰਾ ਵਿਵਹਾਰ ਜਿਹੜਾ ਹੈਗਾ, ਮੇਰਾ ਵਿਵਹਾਰ ਕੀ ਹੁੰਦਾ, ਮੇਰਾ ਲੈਣ ਦੇਣ। ਵਿਵਹਾਰ ਹੁੰਦਾ ਮੇਰਾ ਲੈਣ ਦੇਣ। ਦੁਨੀਆ ਦੇ ਵਿੱਚ ਆਪਾਂ ਜਿਹੜਾ ਵਿਵਹਾਰ ਕਰਦੇ ਹਾਂ ਲੋਕਾਂ ਦੇ ਨਾਲ, ਬਿਜ਼ਨਸ ਕਰਦੇ ਹਾਂ, ਕਹਿੰਦੇ ਉਹ ਸੱਚ ਦਾ ਹੋਏ। ਜੋ ਆਪਾਂ ਸੰਸਾਰ ਦੇ ਨਾਲ ਜਿਸ ਤਰ੍ਹਾਂ ਵੀ ਆਪਾਂ ਕਿਰਿਆ ਕਰਦੇ ਹਾਂ, ਕਹਿੰਦੇ ਸੱਚ ਦੀ ਹੋਏ। ਸਾਚੇ ਲਾਏ ਤਾਂ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਆਪਾਂ ਇਹ ਮਾਲਕ ਨੂੰ ਦੱਸਣਾ ਪੈਣਾ ਹੈ, ਮੈਂ ਸੱਚ ਦਾ ਵਿਵਹਾਰ ਕਰਨਾ ਚਾਹੁੰਦਾ ਹਾਂ, ਮੈਂ ਸੱਚ ਦੇ ਨਾਲ ਜੁੜਨਾ ਚਾਹੁੰਦਾ ਹਾਂ। ਤਾਂ ਜਿਹੜਾ ਹੈਗਾ ਮਾਲਕ ਲਾਉਂਦਾ ਹੈ ਇਸ ਪਾਸੇ। ਸਾਚੇ ਲਾਏ ਬਹੁਤ ਕੀਮਤੀ ਨੁਕਤਾ ਹੈ ਜੀ ਇਹਦੇ ਵਿੱਚ। ਸਾਚੇ ਲਾਏ ਤਾਂ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਸਾਚੀ ਵਸਤ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਫਿਰ ਉਹ ਜਿਹੜਾ ਹੈਗਾ ਸੱਚਾ ਵਪਾਰ ਕਰਦਾ ਹੈ, ਸੱਚੀ ਵਸਤੂ ਵਿਹਾਜਦਾ ਹੈ ਸਵਾਸਾਂ ਦੇ ਬਦਲੇ। ਬਹੁਤ ਹੀ ਕੀਮਤੀ ਨਾਮ ਵਾਲੀ ਵਸਤੂ ਵਿਹਾਜ ਲੈਂਦਾ ਹੈ, ਔਰ ਪੂਰੇ ਜਿਹੜੇ ਹੈਗੇ ਦੇ ਭਾਰ ਕਹਿੰਦੇ ਬਹੁਤ ਨਾਮ ਧਨ ਇਕੱਠਾ ਹੋ ਜਾਂਦਾ ਹੈ। ਇਹ ਬ੍ਰਹਮ ਗਿਆਨੀਆਂ ਦੇ ਕੋਲ, ਇਹ ਸੰਤਾਂ ਦੇ ਕੋਲ ਅਤੇ ਭੰਡਾਰੀ ਕੋਲ ਪਹੁੰਚ ਜਾਂਦੇ ਆ। ਜਿੱਥੇ ਭੰਡਾਰਾ ਆ, ਜਿੱਥੋਂ ਇਹ ਨਾਮ ਵਾਲੀ ਚੀਜ਼ ਜਿਹੜੀ ਆ, ਨਾਮ ਧਨ ਜਿਹੜਾ ਹੈਗਾ, ਜਿੱਥੋਂ ਇਹ ਸਾਰੇ ਗੁਣ ਅਤੇ ਅਵਗੁਣ ਜਿੱਥੋਂ ਚੱਲਦੇ ਆ ਭਾਈ,
ਉਸ ਭੰਡਾਰੀ ਕੋਲ ਪਹੁੰਚ ਜਾਂਦੇ ਆ, ਉਸ ਆਤਮਾ ਦੇ ਕੋਲ ਸੁਰਤ ਜਿਹੜੀ ਆ ਉੱਥੇ ਪਹੁੰਚ ਜਾਂਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਤੇ ਫਿਰ ਕਹਿੰਦੇ ਕਿ ਸਾਚੇ ਲਾਏ ਭਾਰ ਚ ਲਾਏ। ਹਾਂ ਅੱਛਾ, ਉਥਲੀ ਤੋਂ ਪੜ੍ਹ ਲਈ ਕਿ ਦੁਬਾਰਾ ਪੜ੍ਹੀ? ਸਾਚੇ ਲਾਏ ਤੋ ਸੱਚ ਲਾਗੇ, ਤੋ ਸੱਚ ਲਾ ਕੇ ਸੱਚ ਕੇ ਵਪਾਰ। ਤੇ ਕਹਿੰਦੇ ਜੋ ਸੱਚ ਲਾ ਦਿੰਦਾ ਹੈ ਤੇ ਫਿਰ ਤਾਂ ਹੀ ਬੰਦਾ ਸੱਚ ਦੇ ਵਿੱਚ ਲੱਗਦਾ ਹੈ, ਵਪਾਰ ਤਾਂ ਹੀ ਕਰਦਾ। ਓਦਾਂ ਨਹੀਂ ਪਤਾ ਲੱਗਦਾ, ਓਦਾਂ ਤੇ ਫਿਰ ਮਾਇਆ ਦੇ ਬੰਦਾ ਲੱਗੇ ਹੋਇਆ। ਇਹ ਮਤਲਬ ਕਿ ਕੋਈ ਆਪਾਂ ਸੰਗਤ ਕਰਦੇ ਹਾਂ ਤੇ ਇਹਦਾ ਮਤਲਬ ਹੈ ਕਿ ਸਾਡੇ ਅੰਦਰ ਕੋਈ ਇੱਛਾ ਹੈਗੀ ਸੀ, ਜਾਂ ਕਿਸੇ ਜਾਣੇ ਅਣਜਾਣੇ ਚ ਸਾਡੇ ਅੰਦਰ ਉਹ ਚੀਜ਼ ਹੈਗੀ ਆ, ਉਹਦੇ ਕਰਕੇ ਸੱਚ ਨੇ ਸਾਨੂੰ ਇਸ ਮਾਰਗ ਤੇ ਲਾਇਆ। ਓਦਾਂ ਸਾਰੀ ਦੁਨੀਆ ਕੋਈ ਨਹੀਂ ਨਾਮ ਅਭਿਆਸ ਕਰ ਲਈ। ਇਹਨੇ ਜੋ ਸਭ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਹਾਂ, ਇਸ ਕਰਕੇ ਜਿਹੜਾ ਮੰਗ ਰਿਹਾ ਉਹਨੂੰ ਦੇ ਰਿਹਾ ਪਰਮਾਤਮਾ, ਔਰ ਜੋ ਮੰਗ ਰਿਹਾ ਖਾਸ ਕਰਕੇ ਇਹ ਵਸਤੂ ਜਿਹੜੀ ਪਰਮਾਤਮਾ ਖੁਦ ਦਿੰਦਾ। ਜਿੰਨਾ ਚਿਰ ਤੁਸੀਂ ਮੰਗਦੇ ਨਹੀਂ ਦਿੰਦਾ, ਅਗਲੇ ਬੰਦੇ ਕਹਿੰਦੇ ਨੇ ਨਹੀਂ ਦਿੰਦਾ ਪਰਮਾਤਮਾ। ਬਿਲਕੁਲ ਗੋਰਖੀ ਸਾਹਿਬ ਇੱਕ ਜਗ੍ਹਾ ਤੇ ਆਉਂਦਾ, ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਕਹਿੰਦੇ ਜਿਹਨੂੰ ਚੰਗੀ, ਜਿਹੜਾ ਚਾਹੁੰਦਾ ਹੈ ਉਸ ਦਾਤ ਨੂੰ, ਇਹ ਨਾਮ ਵਾਲੀ ਵਸਤੂ ਮਾਲਕ ਨੇ ਆਪਣੇ ਕੋਲ ਰੱਖੀ ਹੋਈ ਹੈ। ਇਹ ਨਹੀਂ ਦਿੰਦਾ ਕਿਸੇ ਨੂੰ ਬਗੈਰ ਮੰਗੇ, ਜਿਹੜਾ ਮੰਗਦਾ ਹੈ ਉਹਨੂੰ ਦਿੰਦਾ ਹੈ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ ਜੀ। ਸੱਚ ਵਸਤੂ ਕੇ ਭਾਰ ਚਲਾਏ ਪਹੁੰਚੇ ਜਾਏ ਭੰਡਾਰੀ। ਪਹੁੰਚ ਗਏ ਭੰਡਾਰੀ ਦੇ ਕੋਲ। ਹਾਂ, ਜਦੋਂ ਸੱਚਾ ਜੀਵਨ ਬਤੀਤ ਕੀਤਾ ਤੇ ਆਟੋਮੈਟਿਕਲੀ ਤੁਸੀਂ ਭੰਡਾਰੀ ਕੋ ਪਹੁੰਚ ਜਾਣਾ। ਹਾਂ ਦੇਖੋ, ਜਿੱਥੇ ਤੁਸੀਂ ਪਿੱਛੇ ਹਟ ਗਏ ਨਾ, ਉੱਥੇ ਗੜਬੜ ਹੋ। ਸਟੈਪ ਬੈਕ ਨਹੀਂ ਕਰ ਸਕਦੇ। ਇਸ ਲਈ ਤੇ ਕਬੀਰ ਜੀ ਕਹਿੰਦੇ ਆਓ ਘਟ ਘਾਟ ਹੀ ਆਰਾਮ ਕੀਤਾ ਜਿਹੜੇ। ਸਿੰਪਲ ਗੱਲ ਤੇ ਹੈ ਕੋਈ। ਜਿੱਥੇ ਤੁਸੀਂ ਆਪਣਾ ਫਰਜ਼ ਨਹੀਂ ਅਦਾ ਕੀਤਾ, ਤੁਸੀਂ ਉੱਥੇ ਸਟੈਪ ਬੈਕ ਕਰ ਗਏ, ਉੱਥੇ ਚੀਜ਼ ਰਹਿ ਗਈ ਜੇ। ਉਹ ਚੀਜ਼ ਨਹੀਂ ਭਰਨੀ। ਆਪ ਜਸਟ ਸੋਚੋ, ਤੁਸੀਂ 100 ਰੋਟੀਆਂ ਬਣਾਈਆਂ, ਇੱਕ ਰੋਟੀ ਨਹੀਂ ਸਹੀ ਵੇਲੀ, ਕੀ ਉਹ ਸਹੀ ਦੂਜੀਆਂ 99 ਨੂੰ ਸਹੀ ਕਰ ਦੇਣਗੀਆਂ? ਨਾ, ਜਿਹਨੂੰ ਗਲਤ ਵੇਲਿਆ ਤੁਸੀਂ ਨਹੀਂ। ਆਪਨੇ 100 ਸਾਲ ਤੋਂ ਰੋਟੀ ਬਣਾਈ ਹੈ, ਇੱਕ ਦਿਨ ਦੀ ਖਰਾਬ ਰੋਟੀ ਬਣਾਈ ਹੈ। 100 ਸਾਲ ਦੀ ਰੋਟੀ ਬਣਾਈ ਤੁਹਾਡੀ, ਇੱਕ ਦਿਨ ਦੀ ਖਰਾਬ ਦੀ ਰੋਟੀ ਨੂੰ ਸਹੀ ਕਰ ਦੂਗੀ? ਨਹੀਂ ਕਰ ਸਕਦੀ। ਪਰ ਇੱਥੇ ਕਿੱਦਾਂ ਆਪਾਂ ਸੋਚ ਰਹੇ ਹਾਂ ਕਿ ਆਪਾਂ ਸਾਰੀ ਜ਼ਿੰਦਗੀ ਜੋ ਮਰਜ਼ੀ ਕਰਦੇ ਰਹੇ ਤੇ ਸ਼ਾਮ ਮੁੜ ਕੇ ਬੁਢਾਪੇ 'ਚ ਮੱਥਾ ਟੇਕਣਾ ਸ਼ੁਰੂ ਕਰਤਾ, ਪਾਠ ਪੜ੍ਹਨਾ ਸ਼ੁਰੂ ਕਰਤਾ, ਰੱਬ ਸਾਨੂੰ ਕਹਿ ਦੂਗਾ ਕਿ ਬੜੀ ਵਧੀਆ ਕੰਮ ਕੀਤੇ, ਤੂੰ ਆਇਆ ਸਿੱਧਾ, ਤੇਰੇ ਵਰਗਾ ਬੰਦਾ ਕੋਈ ਨਹੀਂ ਲੱਭਣਾ। ਇਹ ਜ਼ਿੰਦਗੀ ਜਿਹੜੀ ਹੈ ਤੁਹਾਡੀ ਪਲ ਪਲ ਆ, ਤੇ ਇਹਨੂੰ ਬੜੇ ਤਰੀਕੇ ਨਾਲ ਬਤੀਤ ਕਰੋ। ਚਲੋ ਮੈਂ ਨਹੀਂ ਕਹਿੰਦਾ ਕਿ ਜੋ ਬੀਤਿਆ ਇੱਥੇ ਆਪਾਂ ਕੁਝ ਕਰ ਸਕਦੇ ਹਾਂ, ਪਰ ਮੈਂ ਇਹ ਕਹਿੰਦਾ ਕਿ ਜੇਕਰ ਆਪਾਂ ਇਹ ਸੋਚ ਕੇ ਚੱਲੀਏ ਕਿ ਹਰ ਦਿਨ ਸਾਨੂੰ ਮਿਲਿਆ, ਉਹਨੂੰ ਆਪਾਂ ਇੱਕ ਚੱਜੇ ਇਨਸਾਨ ਵਾਂਗੂ ਬਤੀਤ ਕਰੀਏ, ਉਹਦੀ ਕੀਮਤ ਨੂੰ ਜਾਣੀਏ, ਤੇ ਫਿਰ ਇੱਕ ਸਮਾਂ ਆਊਗਾ ਸਾਡੇ ਕੋਲ ਬਹੁਤ ਸਾਰਾ ਨਾਮ ਰੂਪੀ ਰਤਨ ਆ ਜਾਏਗਾ, ਕਿ ਉਹ ਫਿਰ ਸਾਨੂੰ ਭਵ ਸਾਗਰ ਤੇ ਸਾਡੀ ਮਦਦ ਕਰੇਗਾ। ਇਹ ਮਰਨ ਤੋਂ ਬਾਅਦ ਤੇ ਜਿਹੜਾ ਸਵਰਗ ਮਿਲਦਾ ਹੈ ਜਾਂ ਜਗ ਮਿਲਦਾ, ਉਹ ਕਿਸੇ ਨੇ ਕੀ ਵੇਖਣਾ, ਉਹ ਤੇ ਗੱਲਾਂ ਨੇ। ਸਭ ਤੋਂ ਪਹਿਲਾਂ ਬੰਦਾ ਜਿਉਂਦਿਆਂ ਜੀ ਉਸ ਪਰਮ ਜੀਵਨ ਨੂੰ ਹੰਡਾਉਂਦਾ ਹੈ, ਉਸ ਤੋਂ ਬਾਅਦ ਫਿਰ ਗਾਂ ਦੀ ਗੱਲ। ਠੀਕ ਹੈ ਨਜਰ ਸਾਹਿਬ ਜੀ? ਹਾਂ, ਇਹਦੇ ਵਿੱਚ ਨਾ ਨਹੀਂ ਗੋਰਖੀ ਸਾਹਿਬ, ਹਾਲੇ ਪਿਆ ਹੈ ਅੱਗੇ ਜੀ, ਹਾਲੇ ਤਾਂ 2 ਬੰਦ ਪਏ ਹੋਏ ਆ। ਇਹ ਜਿਹੜਾ ਹੈਗਾ ਇਹਦੇ ਵਿੱਚ ਥੋੜ੍ਹਾ ਜਿਹਾ ਐਡੀਸ਼ਨ ਹੈ ਬਈ, ਕਿਉਂਕਿ ਜੇ ਸਾਰੀ ਜ਼ਿੰਦਗੀ ਮੰਨ ਲਓ ਕੋਈ ਬੰਦਾ ਨੈਗੇਟਿਵ ਰਿਹਾ, ਸਾਰੀ ਜ਼ਿੰਦਗੀ ਨੈਗੇਟਿਵ ਰਿਹਾ ਹੈ, ਪਰ ਜੇ ਇਨਸਾਨ ਆਖਰੀ ਟਾਈਮ ਵੀ ਜਿਹੜਾ ਹੈਗਾ ਜੇ ਉਹ ਯੂ ਟਰਨ ਲੈ ਲੈਂਦਾ ਹੈ, ਗੋਰਖੀ ਸਾਹਿਬ ਮਾਲਕ ਤਾਂ ਉਹਨੂੰ ਵੀ ਕੰਸੀਡਰ ਕਰ ਲੈਂਦਾ। ਮਾਲਕ ਉਹਨੂੰ ਦਿਲੋਂ ਜੇ ਯੂ ਟਰਨ ਲੈ ਲਿਆ। ਹਾਂਜੀ ਵੀਰ ਜੀ। ਨਹੀਂ ਨਿੱਜਾ ਸਾਹਿਬ, ਮੈਂ ਨਹੀਂ ਗੱਲ ਕਰਦਾ ਕਿ ਕੰਸੀਡਰ ਨਹੀਂ ਕਰਦਾ। ਮੈਂ ਤਾਂ ਕਹਿੰਦਾ ਜਿੱਦਾਂ ਆਪਾਂ ਇਹ ਸੋਚ ਕੇ ਚੱਲੀਏ, ਆਪਾਂ ਕਹੀਏ ਕੱਲ ਨੂੰ ਨਾਮ ਜਪ ਲਈਏ, ਤੇ ਉਹ ਲੰਮੀ ਕਹਾਣੀ ਹੈ। ਉਹ ਨਹੀਂ ਹੋਣਾ, ਉਹ ਬਿਲਕੁਲ ਸਹੀ ਗੱਲ ਹੈ। ਇਹ ਨਹੀਂ ਹੋਣਾ, ਉਹ ਚਾਂਸ ਕੱਲ ਆਉਣਾ ਹੀ ਨਹੀਂ ਹੈ ਗੋਰਖੀ ਸਾਹਿਬ, ਕੱਲ ਆਉਣਾ ਹੀ ਨਹੀਂ। ਹਾਂ, ਕੱਲ ਤਾਈ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਮ ਆਦਮੀ ਹੈ ਇੱਕਦਮ, ਜੋ ਵੀ ਕਰਨਾ ਤੁਸੀਂ ਹੁਣ ਹੀ ਕਰਨਾ। ਹਾਂ, ਕੱਲ ਤੁਹਾਡੇ ਕੋਲ ਨਹੀਂ ਹੈਗਾ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਹਾਂ, ਕਿਤੇ ਵਪਾਰ 'ਚ ਨਾ ਗਵਾਚੇ ਰਹੇ। ਉਹ ਵਪਾਰ ਤੇ ਬੜੀ ਵਾਰੀ ਕੀਤਾ ਹੈ, ਬਹੁਤ ਵਾਰੀ। ਬਹੁਤ ਪੁਰਾਣੇ ਵਪਾਰੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਮੈਂ ਬੜੇ ਘਰ ਵਸਾਏ ਆ, ਮੈਨੂੰ ਸਭ ਪਤਾ। ਮੈਂ ਜਦੋਂ ਗਰਭ 'ਚ ਆਇਆ ਸੀ ਨਾ, ਬੜੇ ਘਰ ਵਸਾਏ। ਪਹਿਲੀ ਵਾਰੀ ਥੋੜੀ ਵਸਾਇਆ। ਹੁਣ ਮੈਂ ਇਸ ਕਰਕੇ ਇਹ ਜ਼ਿਆਦਾ ਇੱਥੇ ਵੀ ਰਵਾਂਗਾ, ਸੰਸਾਰ 'ਚ ਰਵਾਂਗਾ, ਪਰ ਮੈਂ ਉਹਨਾਂ ਕੀ ਕੰਮ ਕਰਾਂਗਾ ਜਿੰਨਾ ਕੁ ਮੈਂ ਸਮੇਟ ਸਕਦਾ। ਜ਼ਿਆਦਾ ਖੱਲਰ ਨਹੀਂ ਪਾਵਾਂਗਾ। ਠੀਕ ਹੈ ਜੀ ਸਾਹਿਬ, ਅਗਲੀ ਤੁਕ ਬੋਲੋ ਜੀ। ਹਾਂਜੀ ਗੋਰਖੀ ਸਾਹਿਬ, ਬਹੁਤ ਕੀਮਤੀ ਗਿਆਨ ਹੈ ਜੀ। ਆਹ 2 ਤੁਕਾਂ ਦੇ ਵਿੱਚ ਜਿਹੜੀਆਂ ਅਗਲੀਆਂ ਆ ਰਹੀਆਂ, ਇਹਦੇ ਵਿੱਚ ਤਾਂ ਮਹਾਰਾਜ ਨੇ ਤਾਂ ਕਬੀਰ ਜੀ ਨੇ ਕਮਾਲ ਕੀਤਾ ਪਿਆ ਹੈ।
ਆਪੇ ਹੈ ਰਤਨ ਜਵਾਹਰ ਮਾਨਕ, ਆਪੇ ਹੈ ਪਾਸਾਰੀ। ਕਹਿੰਦੇ ਸਾਰਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਇਹ ਮਾਇਆ ਦਾ ਜਾਲ, ਮਾਇਆ ਦਾ ਪਸਾਰਾ ਜਿਹੜਾ, ਔਰ ਨਾਮ ਦਾ ਵਿੱਚ ਵਪਾਰ ਜਿਹੜਾ ਹੈਗਾ, ਇਹ ਸੱਚ ਦਾ ਵਪਾਰ ਜਿਹੜਾ ਹੈਗਾ, ਇਹ ਸਾਰੇ ਦਾ ਕੰਟਰੋਲਰ, ਬਿਜ਼ਨਸਮੈਨ, ਬਿਜ਼ਨਸ ਜਿਹੜਾ ਹੈਗਾ, ਮਾਲਕ ਜਿਹੜਾ ਹੈਗਾ, ਕਹਿੰਦੇ ਉਹ ਮਾਲਕ ਪਰਮਾਤਮਾ ਹੈਗਾ। ਇਹ ਸਾਰੇ ਹੀ ਗੁਣ, ਇਹ ਨਾਮ ਰੂਪੀ ਰਤਨ ਜਵਾਹਰ ਮਾਨਕ, ਇਹ ਆਪੇ ਹੈ ਰਤਨ ਜਵਾਹਰ ਮਾਨਕ, ਆਪੇ ਹੈ ਪਾਸਾਰੀ। ਆਪੇ ਹੀ ਇਹਨਾਂ ਦਾ ਜਿਹੜਾ ਹੈਗਾ ਪਾਸਾਰੀ ਹੈਗਾ, ਇਹਨਾਂ ਨੂੰ ਦੁਨੀਆ ਦੇ ਵਿੱਚ ਭੇਜਣ ਵਾਲਾ ਉਹ ਮਾਲਕ ਪਰਮਾਤਮਾ ਆਪ ਹੀ ਹੈਗਾ। ਦੋਨੋਂ ਨੈਗੇਟਿਵਿਟੀ ਪੋਜ਼ਿਟਿਵਿਟੀ ਦਾ ਜਿਹੜਾ ਹੈਗਾ, ਇਹ ਬਿਜ਼ਨਸ, ਮਾਇਆ ਦਾ ਬਿਜ਼ਨਸ ਅਤੇ ਸੱਚ ਦਾ ਬਿਜ਼ਨਸ ਕਰਾਉਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ, ਇੱਕੋ ਹੀ ਹੈਗਾ। ਆਪੇ ਦੈ ਦਿਸ ਆਪ ਚਲਾਵੈ, ਨਿਸ਼ਚਲ ਹੈ ਵਪਾਰੀ। ਦਸਾਂ ਦਿਸ਼ਾਵਾਂ ਦੇ ਵਿੱਚ ਜੀਵ ਜਿਹੜੇ ਹੈਗੇ, ਇਹ ਪ੍ਰਕਿਰਤੀ ਦੇ ਨਾਲ ਜਿਹੜੇ ਹੈਗੇ, ਇਹ ਜਿਹੜਾ ਹੈਗਾ, ਇਹ ਗੇਮ ਜਿਹੜੀ ਹੈਗੀ, ਇਹ ਬਿਜ਼ਨਸ ਜਿਹੜੇ ਹੈਗੇ, ਇਹ ਦਸਾਂ ਦਿਸ਼ਾਵਾਂ ਦੇ ਵਿੱਚ, ਦਸਾਂ ਦਿਸ਼ਾਵਾਂ ਦੇ ਜੀਵ ਸਾਰੇ ਦੇ ਸਾਰੇ ਇਹ ਬਿਜ਼ਨਸ ਕਰ ਰਹੇ ਆ। ਕੋਈ ਨਾਮ ਦਾ ਟਾਵੇਂ, ਬਾਕੀ ਜਿਹੜੇ ਹੈਗੇ ਮਾਇਆ ਦਾ। ਦਸਾਂ ਦਿਸ਼ਾਵਾਂ ਦੇ ਵਿੱਚ ਜਿਹੜੇ ਹੈਗੇ ਬਿਜ਼ਨਸ ਚੱਲ ਰਿਹਾ ਮਾਲਕ ਪਰਮਾਤਮਾ ਦਾ। ਦਸਾਂ ਦਿਸ਼ਾਵਾਂ ਦੇ ਵਿੱਚ ਗਤੀ ਹੈਗੀ, ਪਰ ਉਹ ਮਾਲਕ ਪਰਮਾਤਮਾ ਨਿਸ਼ਚਲ ਹੈ ਵਪਾਰੀ। ਉਹ ਨਿਸ਼ਚਲ ਹੈਗਾ ਭਾਈ। ਉਹ ਮਾਲਕ ਪਰਮਾਤਮਾ ਉਹ ਨਹੀਂ ਚੱਲ ਕਰਦਾ, ਉਹ ਸਥਿਰ ਹੈਗਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹ ਜਿਹੜਾ ਬਾਕੀ ਜੜ ਹੈ, ਉਹ ਚੇਤਨ ਹੈਗਾ। ਉਹ ਚੇਤਨ ਹੋ ਕੇ ਵੀ ਸਥਿਰ ਹੈਗਾ ਉਹ ਮਾਲਕ ਪਰਮਾਤਮਾ, ਔਰ ਬਾਕੀ ਪ੍ਰਕਿਰਤੀ ਜੜ ਹੋ ਕੇ ਵੀ ਗਤੀਸ਼ੀਲ ਹੈਗੀ। ਆਪੇ ਦੈ ਦਿਸ ਆਪ ਚਲਾਵੈ, ਨਿਸ਼ਚਲ ਹੈ ਵਪਾਰੀ। ਹੁਣ ਅੱਗੇ ਆਖਰੀ ਤੁਕਾਈ, ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰ ਢਾਰੀ। ਕਹਿੰਦੇ ਦੇਖ ਲਾ ਮਿੱਤਰਾ, ਹਾਲੇ ਵੀ ਚਾਂਸ ਹੈਗਾ ਤੇਰੇ ਕੋਲ, ਸਵਾਸ ਹੈਗੇ ਤੇਰੇ, ਹਾਲੇ ਵੀ ਤੇਰਾ ਜੀਵਨ ਬਚਿਆ ਹੋਇਆ ਹੈਗਾ, ਹਾਲੇ ਵੀ ਤੇਰਾ ਜੀਵਨ ਬਚਿਆ ਹੋਇਆ ਆ। ਮਨ ਕਰ ਬੈਲ, ਮਨ ਜਿਹੜਾ ਹੈਗਾ, ਦੇਖ ਮਨ ਨੂੰ ਫੜ ਆਪਣੇ ਨੂੰ, ਇਹ ਮਨ ਨੂੰ ਫੜ ਜਿਹੜਾ ਡਿਮਾਂਡਾਂ ਕਰਦਾ ਹੈ, ਜਿਹੜਾ ਸਵਾਦ ਮੰਗਦਾ ਹੈ, ਜਿਹੜਾ ਪਦਾਰਥ, ਜਿਹੜਾ ਇੰਦਰੀਆਂ ਦੇ ਥਰੂ ਦੁਨੀਆ ਦੇ ਨਾਲ ਬਾਹਰ ਆਕਾਰ ਦੇ ਨਾਲ ਭੱਜਿਆ ਫਿਰਦਾ ਹੈ, ਜਿਹੜਾ ਟਿਕਦਾ ਨਹੀਂ ਹੈ, ਔਰ ਹਰੇਕ ਚੀਜ਼ ਨੂੰ ਜਿਹੜਾ ਹੈਗਾ, ਜਿਵੇਂ ਕੋਈ ਚੀਜ਼ ਇਹਨੂੰ ਵੀ ਟੁੱਕ ਲਓ, ਇਹਨੂੰ ਵੀ ਟੁੱਕ ਲਓ, ਟੁੱਕ ਕੇ ਛੱਡੀ ਜਾਂਦਾ ਹੈ। ਤੋਤੇ ਹੁੰਦੇ ਨਾ, ਕਈ ਤੋਤੇ ਆਉਂਦੇ, ਦੇਖੋ ਕਦੀ ਜਿਹੜਾ ਅਮਰੂਦ ਦੇ ਉੱਤੇ ਤੋਤਿਆਂ ਨੂੰ ਦੇਖੋ, ਬਸ ਇੱਕ ਟੁੰਗਾ ਇੱਧਰ ਮਾਰਿਆ, ਇੱਕ ਉੱਧਰ ਮਾਰਿਆ, ਬਸ ਕੁਰਕੁਰ ਜਿਹਾ ਕੀਤਾ, ਅਮਰੂਦ ਟੁੱਕ ਕੇ ਹੋ ਗਏ ਤੇ ਹੋ ਗਏ। ਮਨ ਕਰ ਬੈਲ ਸੁਰਤ ਕਰ ਪੈਂਡਾ। ਕਹਿੰਦੇ ਮਨ ਨੂੰ ਬੈਲ ਬਣਾ ਲਾ ਪਿਆਰਿਆ, ਚੱਲਣਾ ਮਨ ਨੇ ਹੈਗਾ, ਔਰ ਚੱਲਣਾ ਤੇਰੀ ਸੁਰਤ ਦੇ ਨਾਲ ਹੈ। ਜਿੱਥੇ ਜਿੱਥੇ ਤੇਰੀ ਸੁਰਤ ਜਾਏਗੀ, ਮਨ ਉੱਥੇ ਚਲੇ ਜਾਏਗਾ। ਚੱਲਣ ਵਾਲੀ ਚੀਜ਼ ਸੁਰਤ ਹੈਗੀ, ਪਰ ਚੱਲਦਾ ਮਨ ਹੈ, ਲੈ ਕੇ ਮਨ ਨੂੰ ਜਾਂਦੀ ਹੈ ਸੁਰਤ। ਸੁਰਤ ਮਨ ਨੂੰ ਲੈ ਕੇ ਜਾਂਦੀ ਹੈ। ਬਹੁਤ ਵੱਡਾ ਨੁਕਤਾ ਹੈਗਾ ਪਿਆਰਿਓ, ਬਹੁਤ ਵੱਡਾ ਨੁਕਤਾ ਹੈਗਾ। ਮਨ ਕਰ ਬੈਲ, ਬੈਲ ਕਹਿੰਦੇ ਬੈਲ ਚੱਲਦਾ ਹੈ। ਚੱਲਣਾ ਕਿੱਧਰ ਨੂੰ? ਸੁਰਤ ਦੇ ਪੈਂਡੇ ਤੇ ਚੱਲਣਾ ਹੈ। ਆਪਣੀ ਸੁਰਤ ਜਿਹੜੀ, ਆਪਣੀ ਸੋਚ ਜਿਹੜੀ ਹੈਗੀ, ਉਹਦੇ ਨਾਲ, ਉਹਦੇ ਪਿੱਛੇ ਉਹਨੇ ਮਨ ਨੂੰ ਲੈ ਕੇ ਜਾਣਾ ਹੈ। ਗਿਆਨ ਗੋਨ ਭਰ ਢਾਰੀ, ਬਸ ਆਪਣਾ ਗਿਆਨ ਬਣਾ ਲਾ, ਆਪਣੀ ਗੋਨ ਭਰ ਲਾ ਪਿਆਰਿਆ, ਪ੍ਰੈਕਟੀਕਲ ਕਰ, ਔਰ ਉਹ ਤੇਰਾ ਗਿਆਨ ਬਣ ਜਾਏਗਾ। ਮਨ ਕਰ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਭਰ ਢਾਰੀ, ਕਹਿਤ ਕਬੀਰ ਸੁਨੋ ਰੇ ਸੰਤੋ, ਨਿਭੀ ਖੇਪ ਹਮਾਰੀ। ਵਾਹ ਜੀ ਵਾਹ, ਕਮਾਲ ਹੋ ਗਿਆ। ਕਬੀਰ ਜੀ ਕਹਿੰਦੇ ਹੈ ਸਾਧੂਓ ਸੰਤੋ, ਮੇਰੀ ਤਾਂ ਆਹ ਖੇਪ ਆ, ਮੈਂ ਤਾਂ ਇਸ ਤਰ੍ਹਾਂ ਆਪਣੇ ਮਨ ਨੂੰ ਜਿਹੜਾ ਹੈਗਾ ਸੁਰਤ ਦੇ ਪੈਂਡੇ 'ਤੇ ਚਲਾਉਣਾ ਆ। ਇਹ ਮਨ ਬੈਲ ਨੂੰ, ਇਹ ਜਿਹੜਾ ਹੈਗਾ ਬਹੁਤ ਤੇਜ਼ੀ ਨਾਲ ਚੱਲਦਾ ਹੈ ਸੁਰਤ ਦੇ ਪੈਂਡੇ ਦੇ ਉੱਤੇ, ਔਰ ਇਸ ਤਰੀਕੇ ਦੇ ਨਾਲ ਮੇਰੀ ਜਿਹੜਾ ਹੈਗਾ, ਮੈਨੂੰ ਜਿਹੜਾ ਮਨੁੱਖੀ ਸਰੀਰ ਮਿਲਿਆ ਸੀਗਾ, ਮੇਰੀ ਤਾਂ ਖੇਪ ਨਿਭ ਗਈ ਜੀ। ਮੈਂ ਤਾਂ ਜਿਹੜਾ ਹੈਗਾ ਨਾਮ ਧਨ ਬਿਹਾਜ ਲਿਆ। ਮੈਂ ਤਾਂ ਹੁਣ ਜਿਹੜਾ ਹੈਗਾ, ਮੈਂ ਇਹ ਪ੍ਰਕਿਰਤੀ ਜਿਹੜਾ ਸੰਸਾਰ ਜਿਹੜਾ ਹੈਗਾ, ਇਹਦੇ ਵਿੱਚੋਂ ਜਾ ਰਿਹਾ ਹਾਂ, ਔਰ ਸਾਰਿਆਂ ਨੂੰ ਜਿਹੜਾ ਹੈਗਾ ਫਤਿਹ ਬੁਲਾ ਕੇ ਜਾ ਰਹੇ ਹਾਂ। ਅਤੇ ਹੇ ਅਭਿਆਸੀਓ, ਹੇ ਸੰਤੋ, ਤੁਸੀਂ ਵੀ ਜਿਹੜਾ ਹੈਗਾ ਆ ਜਾਓ, ਤੁਸੀਂ ਵੀ ਦੇਰ ਨਾ ਕਰੋ, ਸਵਾਸ ਹੈਗੇ ਤੁਹਾਡੇ ਕੋਲ ਵੀ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ। ਸਾਧ ਸੰਗਤ ਜੀ, ਉੱਪਰ ਦੇਖੋ ਟੋਕੇ ਲਿਖਿਆ,
आप रतन जवाहर मानक आपे पसारी, आपे दरदस दैदिश। चलावे नेचल है, दैदिश आप चलावे नेचल है व्यापारी। ਦੇਖੋ ਕਹਿੰਦੇ ਉਹ ਆਪ ਅਚਾਲਿਆ ਤੇ ਉਹਦੇ ਵਿੱਚ ਵੀ ਆਪ ਅਚਾਲਿਆ, ਫਿਰ ਵੀ ਉਹਦੇ ਅੰਦਰ ਗਤੀ ਹੋ ਰਹੀ, ਪ੍ਰਕਿਰਤੀ ਜੜਿਆ ਉਹਦੇ ਕਰਕੇ ਉਹਦੇ ਅੰਦਰ ਗਤੀ ਹੋ ਰਹੀ। ਆਪੇ ਕਹਿੰਦੇ ਰਤਨ ਜਵਾਹਰ ਮਾਨਕ ਆਪੇ ਹੀ ਪਸਾਰੀ, ਉਹ ਖੁਦ ਹੀ ਹੀਰੇ ਹੈ, ਮੋਤੀ ਹੈ, ਜਵਾਹਰਾਤ ਹੈ, ਆਪ ਹੀ ਉਹਨਾਂ ਮੋਤੀਆਂ ਨੂੰ ਪਸਾਰਾ ਵਾਲਾ ਪਸਾਰੀ ਹੈ। ਹਾਂਜੀ ਬਿਲਕੁਲ ਆਪ ਹੀ ਪਸਾਰੀ ਹੈ। ਠੀਕ ਹੈ ਜੀ। ਫਿਰ ਅਗਲੇ ਬੰਨੇ ਕਹਿੰਦੇ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਭਰ ਡਾਰੀ ਪਰ ਪਡਾਰੀ। ਹੁਣ ਮੈਂ ਕਿਹਾ ਮਨ ਹੈ ਤੇ ਮਨ ਦੇ ਨਾਲ ਜਿਹੜਾ ਬੈਲ ਹੈ, ਬੈਲ ਦਾ ਮਤਲਬ ਤੇ ਮਨ ਜਿਹੜਾ ਬੈਲ ਆ ਤੇ ਸੁਰਤੀ ਹੈਗੀ ਆ ਜਿਹੜਾ ਉਹ ਰਸਤਾ ਤੈਅ ਕਰਦੀ। ਔਰ ਜਿੱਥੇ ਤੁਹਾਡੀ ਸੁਰਤੀ ਹੈ, ਸੁਰਤੀ ਤੁਹਾਡੀ ਇੰਦਰੀਆਂ ਦੇ ਨਾਲ ਜੁੜ ਜਾਂਦੀ ਹੈ ਤੇ ਫਿਰ ਮਨ ਬਾਹਰ ਮੁਖੀ ਚੱਲ ਜਾਂਦਾ। ਮਨ ਜਿਹੜਾ ਮਨ ਨੇ ਸੁਰਤੀ ਦੇ ਉੱਤੇ, ਸੁਰਤੀ ਇੱਕ ਸਮਝ ਲਓ ਵੀ ਇੱਕ ਵਹੀਕਲ ਹੈਗੀ, ਸੁਰਤੀ ਦੇ ਉੱਤੇ ਚੜ੍ਹ ਕੇ ਮਨ ਨੇ ਜਾਣਾ ਹੈ ਬਸ। ਹਾਂਜੀ ਵੀਰ ਜੀ। ਹਾਂ ਤੇ ਜਿੱਥੇ ਤੁਹਾਡੀਆਂ ਇੰਦਰੀਆਂ ਚੱਲ ਜਾਂਦੀਆਂ, ਸੁਰਤੀ ਨਾਲ ਲੱਗ ਜਾਂਦੀ ਹੈ, ਬਸ ਮਨ ਵੀ ਉੱਥੇ ਚਲਾ ਗਿਆ, ਉੱਥੇ ਮਨ ਪਹੁੰਚ ਜਾਂਦਾ। ਬਿਲਕੁਲ ਜਦੋਂ ਸੁਰਤੀ ਨੂੰ ਤੁਸੀਂ ਆਤਮਾ ਤੱਤ ਚ ਲੀਨ ਕਰਦੇ, ਮਨ ਵੀ ਤੇ ਮਗਰ ਆ ਜਾਂਦਾ। ਬਿਲਕੁਲ ਸਹੀ, ਬਹੁਤ ਵਧੀਆ ਬਹੁਤ ਵਧੀਆ। ਇਸ ਕਰਕੇ ਕਹਿੰਦੇ ਆ ਕਿ ਮਨ ਨੂੰ ਸੁਰਤ ਨਾ ਬਿੰਨਣਾ, ਆਹੀ ਆ ਸੁਰਤ ਦੇ ਉੱਤੇ ਮਨ ਨੂੰ ਬਿਠਾ ਲਓ ਬਸ, ਲੈ ਆਤਮਾ ਵੱਲ ਨੂੰ ਲੀਨ ਕਰ ਲਓ ਬਸ, ਆਹੀ ਤਾਂ ਗੇਮ ਹੈਗੀ। ਹਾਂਜੀ ਹਾਂ ਜਦੋਂ ਤੁਸੀਂ ਮਨ ਨੂੰ ਆਤਮ ਤੱਤ ਚ ਲੀਨ ਕਰਦਾ, ਸੁਰਤੀ ਨੂੰ ਕਰਦਾ, ਤੇ ਕੋਈ ਗੱਲ ਹੈ ਜਿੱਥੇ ਤੁਹਾਡੀ ਸੁਰਤ ਹੈ ਨਾ, ਹਾਂ ਉੱਥੇ ਹੀ ਤੁਹਾਡਾ ਮਨ ਹੈ। ਤੁਹਾਡੀ ਸੁਰਤ ਆ, ਤੁਸੀਂ ਲਾਗੇ ਖਲੋਤੇ ਜੋ। ਹੁਣ ਤੁਸੀਂ ਕਹਿੰਦੇ ਜੋ ਕਿ ਚਰਨਜੀਤ ਤੇ ਦੁਬਾਰਾ ਬੋਲੀ, ਯਾਰ ਮੈਂ ਤੈਨੂੰ ਗੱਲ ਸਮਝ ਨਹੀਂ ਆਈ। ਤੇ ਮੈਂ ਕਹਿਣਾ ਤੂੰ ਲਾਗੇ ਤੇ ਖਲੋਤਾ, ਤੁਸੀਂ ਕਹਿਣਾ ਮੇਰਾ ਧਿਆਨ ਇੱਥੇ ਨਹੀਂ ਹੈਗਾ, ਕਹਿਣ ਤੋਂ ਬਾਅਦ ਮੇਰੀ ਸੁਰਤ ਇੱਥੇ ਨਹੀਂ ਆ। ਇਹਦਾ ਮਤਲਬ ਭਾਵੇਂ ਇੰਦਰੀਆਂ ਇੱਥੇ ਹੈਗੀਆਂ ਨੇ ਪਰ ਮਨ ਇੱਥੇ ਮੌਜੂਦ ਨਹੀਂ ਹੈਗਾ। ਮਨ ਸੁਰਤੀ ਨਾਲ ਕਿਤੇ ਪਹੁੰਚ ਗਿਆ। ਮਨ ਕੀਤਾ ਸਮੋਸੇ ਖਾਣ ਦਿਆ, ਆਲੂ ਖਾਣ ਦਿਆ, ਕਿ ਚੋਰੀਆਂ ਖਾਣ ਦਿਆ। ਮੇਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਜਿੱਥੇ ਸੁਰਤੀ ਉਹਦੇ ਨਾਲ ਟਰੈਵਲ ਕਰਦਾ ਮਨ, ਸਰੀਰ ਦੇ ਨਾਲ ਜੋ ਮਰਜ਼ੀ ਕਰਾਈ ਜੋ, ਭਗਤੀ ਸਰੀਰ ਦੇ ਕੀਤੇ ਕਰਮਾਂ ਨੂੰ, ਕਾਰਜਾਂ ਨੂੰ ਨਹੀਂ ਸਮਝਦੀ। ਉਹ ਕਹਿੰਦੀ ਮਨ ਜਿੱਥੇ ਹੈਗਾ ਉਹ ਕਾਰਜ ਆ ਸਹੀ। ਹਾਂ ਭਗਤੀ ਹੈ ਹੀ ਮਨ ਦੀ ਬਈ। ਇਹ ਗੇਮ ਜਿਹੜੀ ਸਪਿਰਿਚੁਅਲ ਜਰਨੀ ਹੈ, ਇਹ ਮਨ ਦੀ ਤੇ ਸੁਰਤ ਦੀ ਹੈਗੀ ਭਾਈ, ਦੋਨਾਂ ਦਾ ਕੰਬੀਨੇਸ਼ਨ ਹੈਗਾ। ਪੈਰ ਨੂੰ ਸਮਝਾਈ ਜਾਂਦੇ ਆ ਕਿ ਇਹਨੂੰ ਮੋੜ, ਇਹਨੂੰ ਮੋੜ, ਕਹਿੰਦੇ ਉਹਨੂੰ ਛੱਡ, ਜਿਹੜਾ ਸਟੀਅਰਿੰਗ ਤੇ ਬੈਠਾ ਉਹਨੂੰ ਸਮਝਾ। ਹਾਂ ਠੀਕ ਹੈ ਜੀ। ਹਾਂ ਤੇ ਇਸ ਕਰਕੇ ਹਮੇਸ਼ਾ ਹੀ ਜਿਹੜੀ ਬਾਣੀ ਚੱਲਦੀ ਉਹ ਮਨ ਦੇ ਉੱਤੇ ਚੱਲਦੀ ਹੈ। ਤੇ ਮਨ ਨੂੰ ਫੜਨ ਦਾ ਤਰੀਕਾ ਇੱਕ ਸੁਰਤੀ ਆ, ਤੇ ਸੁਰਤੀ ਨੂੰ ਫੜਨ ਦਾ ਤਰੀਕਾ ਹੈਗਾ ਤੁਸੀਂ ਵਿਚਾਰਾਂ ਨੂੰ ਫੜ ਲਓ ਬਸ। ਬਸ 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 ਬਿਲਕੁਲ। ਸੁਰਤੀ ਵਿਚਾਰਾਂ ਦੇ ਵਿੱਚ ਜਾਂਦੀ, ਵਿਚਾਰਾਂ ਦੇ ਥਰੂ ਜਾ ਸਕਦੀ ਹੈ। ਤੇ ਵਿਚਾਰਾਂ ਨੂੰ ਜਦੋਂ ਐਂਪਲੀਫਾਈ ਕਰਦੇ, ਜੋ ਉੱਥੇ ਚਾਰਜਿੰਗ ਵਧੀ ਜਾਂਦੀ, ਫਿਰ ਮਨ ਦੇ ਅੰਦਰ ਉਹ ਚੀਜ਼ ਦਾ ਵੇਗ ਵੱਧਦਾ। ਫਿਰ ਇੱਕ ਸਮਾਂ ਆਉਂਦਾ ਤੁਹਾਡਾ ਕੰਟਰੋਲ ਹੀ ਨਹੀਂ ਰਹਿੰਦਾ, ਮਨ ਜੋ ਚਾਹਵੇ ਕਰ ਲੈਂਦਾ। ਕਿਉਂਕਿ ਬਹੁਤ ਜ਼ਿਆਦਾ ਅੰਦਰ ਹਲਚਲ ਮੱਚ ਗਈ ਸੀ, ਹੁਣ ਉਹ ਕਰਮ ਨੂੰ ਕਰਨਾ ਪੈਣਾ। ਇਸ ਕਰਕੇ ਧਿਆਨ ਸਿਮਰਨ ਦਾ ਮਤਲਬ ਹੀ ਇਹ ਹੈ ਕਿ ਉਸ ਨੂੰ ਛੋਟੇ ਲੈਵਲ ਤੇ ਖਤਮ ਕਰ ਦਿੱਤਾ ਜਾਵੇ। ਛੋਟੀ ਤਰੰਗ ਪੈਦਾ ਹੋਈ ਹੈ, ਉੱਥੇ ਸ਼ਾਂਤ ਕਰ ਦਿੱਤੀ ਜਾਵੇ ਤੇ ਝੀਲ ਦਾ ਪਾਣੀ ਸ਼ਾਂਤ ਰਵੇ। ਤੇ ਜਦੋਂ ਬਹੁਤ ਜ਼ਿਆਦਾ ਪਾਣੀ ਹਿੱਲਣ ਡਿਆ ਪੈਂਦਾ, ਫਿਰ ਸੁਨਾਮੀ ਨਹੀਂ ਆ ਜਾਂਦਾ ਸਮੁੰਦਰ ਦੇ ਵਿੱਚ, ਉਸੇ ਤਰ੍ਹਾਂ ਤੁਹਾਡੇ ਚਿੱਤ ਚ ਸੁਨਾਮੀ ਆ ਜਾਏ। ਉਹ ਚਾਹੇ ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਇਹਦੇ ਰੂਪ ਚ ਉਹ ਪ੍ਰਗਟ ਹੋਵੇਗਾ। ਹਾਂਜੀ ਵਿਜੇ ਸਾਹਿਬ ਅੱਜ ਦੀ ਵਿਚਾਰ। ਹਾਂਜੀ ਕਬੀਰ ਜੀ ਕਹਿੰਦੇ ਆਖਰੀ ਲਾਈਨ ਉਹ ਜਿਹੜੀ, ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ। ਕਬੀਰ ਜੀ ਜਿਹੜੇ ਕਹਿੰਦੇ ਆ, ਕਹਿੰਦੇ ਹੇ ਸਾਧੂਓ, ਹੇ ਮੇਰੇ ਸੰਗੀ ਸਾਥੀਓ, ਇਹ ਸਾਧਨਾ ਕਰਨ ਵਾਲਿਓ। ਹਾਲੇ ਵੀ ਕਬੀਰ ਜੀ ਕਿਤੇ ਗਏ ਨਹੀਂ ਹੈਗੇ, ਉਹੀ ਬੋਲ ਰਹੇ ਕਬੀਰ ਜੀ। ਕਹਿਤ ਕਬੀਰ ਸੁਨੋ ਰੇ ਸੰਤੋ ਨਿਭੀ ਖੇਪ ਹਮਾਰੀ। ਕਹਿੰਦੇ ਇਸ ਤਰੀਕੇ ਦੇ ਨਾਲ ਮੇਰੀ ਖੇਪ ਨਿਭੀ ਸੀ। ਤੁਸੀਂ ਵੀ ਜਿਹੜੇ ਹੈਗੇ, ਤੁਹਾਡੇ ਕੋਲ ਵੀ ਸੁਨਹਿਰੀ ਅਵਸਰ ਹੈਗਾ, ਸੁਨਹਿਰੀ ਅਵਸਰ ਹੈਗਾ। ਹੁਣ ਸਾਰੇ ਜਿਹੜੇ ਹੈਗੇ ਤੁਹਾਡੇ ਜਿਹੜੇ ਹੈਗੇ ਕੌਡੀਆਂ ਚਿੱਤ ਹੋਈਆਂ, ਕੌਡੀਆਂ ਸਹੀ ਜਿਹੜੀ ਤੁਹਾਡੀ ਜਿਹੜੀ ਹੈਗੀ ਇਹ ਦਾ ਜਿਹੜਾ ਸਹੀ ਦਾ ਪਿਆ ਹੋਇਆ ਆ, ਬਸ ਹੁਣ ਜਿੱਤ ਲਓ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਮੈਂ ਤੇ ਇੱਕ ਸੌਦਾ ਕੀਤਾ ਜੋ, ਹਾਂ ਤੁਸੀਂ ਵੀ ਕਰ ਲਓ। ਇਹ ਨਾ ਹੋਵੇ ਕਿ ਇਧਰ ਤੁਰੇ ਫਿਰੇ ਦੱਸਣ ਦੇ ਬਾਵਜੂਦ ਕਿਤੇ ਭੜਕ ਨਾ ਜਾਇਓ। ਤੇ ਮੇਰਾ ਜੀਵਨ ਦਾ ਜਿਹੜਾ ਸਭ ਤੋਂ ਵੱਡਾ ਮਕਸਦ ਹੈ, ਮੈਂ ਨਾਮ ਰੂਪੀ ਰਤਨ ਇਕੱਠਾ ਕੀਤਾ ਜੋ। ਤੇ ਤੁਸੀਂ ਵੀ ਨਾਮ ਹੀ ਇਕੱਠਿਆ ਕਰਿਓ, ਨਾਮ ਹੀ ਇਕੱਠਾ ਕਰੋਗੇ ਤੇ ਤੁਹਾਡਾ ਜੀਵਨ ਚ ਆਇਆ ਸਫਲ ਆ। ਦੇਖੋ ਲੋਕੀ ਕਹਿੰਦੇ ਕਿ ਕੌਣ ਸਫਲ ਆ ਤੇ ਕੌਣ ਅਸਫਲ ਆ। ਮੈਂ ਤੇ ਇਹ ਕਹਿੰਦਾ ਕਿ ਜਿਹੜਾ ਮੁਕਤ ਹੋ ਕੇ ਨਿਕਲ ਗਿਆ ਉਹੀ ਸਫਲ ਆ। ਬਿਲਕੁਲ। ਬਾਕੀ ਸਾਰੇ ਅਸਫਲ ਨੇ।
ਪਾਣੀ ਕਹਿੰਦੇ ਆ, ਤੇ ਮੈਂ ਦੇਖੇ ਤੇ ਡੁੱਬਿਆਲੇ, ਮੈਂ ਦੇਖਦਾ ਪਿਆ ਡੁੱਬ ਰਹੇ ਨੇ। ਹਾਂ ਬਿਲਕੁਲ ਸਹੀ ਗੱਲ ਹੈ ਬਈ, ਬਿਲਕੁਲ ਸਹੀ ਹੈ। ਮਨੁੱਖਾ ਜੀਵਨ ਨੂੰ ਉਹਦਾ ਸਾਰ ਹੈਗਾ ਜਿਹਨੇ ਕੁਝ ਪ੍ਰਾਪਤ ਕੀਤਾ ਹੈ। ਬਾਕੀ ਤੇ ਕੀੜੇ ਮਕੌੜੇ ਹੈਗੇ, ਕਈ ਜੰਮਦੇ ਤੇ ਕਈ ਮਰਦੇ। ਬਾਣੀ ਕਹਿੰਦੀ ਆ ਅਸੰਖ ਚੋਰ ਹਰਾਮ ਖੋਰ ਅਸੰਖ ਗਲਬਟ ਹੱਤਿਆ ਕਮਾਏ। ਹੁਣ ਜੇ ਉਹਨਾਂ ਕੈਟਾਗਰੀ ਚ ਆਪਾਂ ਜਾਂਦੇ ਆ ਤੇ ਫਿਰ ਉਹ ਚੰਗੇ ਥੋੜੀ ਹੈਗੇ ਆਪਾਂ ਨਾ, ਫਿਰ ਤਾਂ ਆਪਾਂ ਆਪ ਹੀ ਜਿਹੜੇ ਹੈਗੇ ਆਪਣਾ ਜਿਹੜਾ ਹੈਗਾ ਆਪਣੇ ਪੈਰਾਂ ਤੇ ਕੁਲਾੜੀ ਮਾਰ ਰਹੇ ਆ। ਬਾਣੀ ਕਹਿੰਦੀ ਸੀ, ਵੇਖੋ ਬਾਣੀ ਅਸੰਖ ਚੋਰ ਗਲਬਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ। ਅਸੰਖ ਕੋਈ ਗਿਣਤੀ ਕੋਈ ਨਹੀਂ ਹੈ। ਜਿੰਨਾ ਉਹਨਾਂ ਕੀੜਿਆਂ ਮਕੌੜਿਆਂ ਚ ਅਸੀਂ ਵੀ ਤੁਰੇ ਫਿਰੀਏ ਤੇ ਕਿੰਨੀ ਕਿਸ ਧਿਆਨ। ਇਹ ਬਾਣੀ ਤੇ ਸਾਨੂੰ ਇਹ ਸਮਝਾਉਂਦੀ, ਜੋ ਕਬੀਰ ਜੀ ਕਹਿੰਦੇ ਕਿ ਮੇਰੇ ਕੋਲ ਨਾਮ ਰੂਪੀ ਰਤਨ ਹੈਗਾ ਜੇ, ਤੇ ਲਾਸਟ ਤੁਕ ਦੇ ਵਿੱਚ ਕਹਿੰਦੇ ਤੁਸੀਂ ਨਾ ਕੰਮ ਏਦਾਂ ਕਰਿਓ, ਤੁਸੀਂ ਵੀ ਵਪਾਰ ਕਰ ਲਿਓ, ਬਸ ਇੰਨਾ ਕੁ ਛੋਟਾ ਜਿਹਾ ਕੰਮ ਤੁਸੀਂ ਕਰ ਲਿਓ। ਬਾਕੀ ਤੇ ਕਹਿੰਦੇ ਮਨ ਕਰ ਬੈਲ ਸੁਰਤ ਕਰ ਪੈਂਡਾ ਗਿਆਨ ਗੁਣ ਪਰ ਡਾਰੀ ਭਰੀ ਡਾਰੀ। ਤੇ ਬਾਕੀ ਜਿੱਥੇ ਤੁਹਾਡਾ ਮਨ ਹੈਗਾ ਬੈਲ ਰੂਪੀ, ਜਿੱਥੇ ਰਸਤਾ ਬਣਿਆ ਉੱਥੇ ਨਾ ਤੁਰਿਆ ਜਾਣਾ। ਲੈ ਜਾਓ ਸੁਰਤੀ ਨੇ, ਜਿੱਥੇ ਮਰਜੀ ਸੁਰਤੀ ਨੇ ਲੈ ਜਾਓ, ਤੁਹਾਡਾ ਮਨ ਤੇ ਤੁਰਿਆ ਫਿਰਦਾ। ਸੁਰਤੀ ਤੁਸੀਂ ਆਤਮਿਕਤਾ ਤੇ ਜਲੀ ਨੇ ਕੀਤੀ, ਮਨ ਨੇ ਆਪ ਅੰਤਰਮੁਖੀ ਹੋ ਜਾਣਾ। ਫਿਰ ਇਹਨੇ ਬਾਹਰ ਮੁਖੀ ਦਾ ਉਹਦਾ ਜਿਹੜਾ ਭਰਮ ਸੀ ਉਹਦਾ ਤਿਆਗ ਕਰ ਦੇਣਾ। ਅੰਤਰਮੁਖੀ ਦਾ ਮਤਲਬ ਮਨ ਦਾ ਇਹੋ ਹੀ ਹੈ ਕਿ ਮਨ ਨੇ ਸ਼ਾਂਤ ਹੋ ਜਾਣਾ। ਬਿਲਕੁਲ। ਪਰ ਸ਼ੁਰੂ ਚ ਤੁਸੀਂ ਸੁਰਤੀ ਨੇ ਅੰਦਰ ਖੜਿਆ ਤੇ ਅੰਦਰ ਬਹੁਤ ਤੂਫਾਨ ਜਾ ਮਚਣਾ, ਕਿਉਂਕਿ ਮਨ ਦਾ ਸੁਭਾਅ ਨਹੀਂ ਅਜੇ ਬਣਿਆ। ਤੇ ਹੁਣ ਜਦੋਂ ਆਪਾਂ ਹੌਲੀ ਹੌਲੀ ਉਹਦੇ ਵਜਨ ਪਾਵਾਂਗੇ ਤੇ ਹੌਲੀ ਹੌਲੀ ਇਹਨੇ ਸ਼ਾਂਤ ਹੋ ਜਾਣਾ। ਔਖਾ ਕੰਮ ਨਹੀਂ ਹੈਗਾ। ਅੱਜ ਦੀ ਵਿਚਾਰਨੀ ਜੀ ਸਾਹਿਬ ਇੱਥੇ ਸਮਾਪਤ ਕਰ ਦਈਏ। ਹਾਂਜੀ, ਅੱਜ ਨਾ ਤੁਸੀਂ 2 ਵਾਰੀ ਖੜਖੜ ਕਰਤੀ ਹੈ ਗੁਰਕੀ ਸਾਹਿਬ, ਹੁਣ ਨਾ ਕਰਿਓ ਕਿਉਂਕਿ ਰਿਕਾਰਡਿੰਗ ਤੇ ਆ ਗਈ ਆ ਸਾਰੀ ਦੋਨੋਂ ਟਾਈਮ ਦੀ। ਆਹ ਦੇਖੋ ਫਿਰ ਕਰੀ ਜਾ ਰਹੇ ਹੋ ਤੁਸੀਂ ਕੁਝ ਨਾ ਕੁਝ। ਨਹੀਂ ਮੈਂ ਨਹੀਂ ਕਰ ਰਿਹਾ ਫਿਰ। ਅੱਛਾ ਹਾਂ, ਜਾਂ ਤਾਂ ਕੋਈ ਫਿਰ ਹੋਰ ਹੋਊਗਾ। ਆਹ ਦੇਖੋ ਨਹੀਂ ਹੁਣ ਫਿਰ ਆਈ ਹੈ। ਹਾਂ ਮਾਈਕ ਮੇਰੇ ਚ ਆਵੇ ਤੇ ਮੇਰੀ ਇੱਥੇ ਨਾ ਮੇਰੀ ਮਾਈਕ ਦੇ ਉੱਤੇ ਨਾ ਵਾਈਬ੍ਰੇਸ਼ਨ ਜੀ ਹੁੰਦੀ ਹੈ। ਨਹੀਂ ਉਹੀ ਆ ਰਹੀ ਹੈ ਹੁਣ, ਪਤਾ ਨਹੀਂ ਕਿੱਥੋਂ ਆ ਰਹੀ ਹੈ। ਚਲੋ ਕੋਈ ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਹਾਂਜੀ ਵੀਰ ਜੀ, ਬਿਲਕੁਲ ਵਧੀਆ ਜੀ, ਬਹੁਤ ਵਧੀਆ। ਕਬੀਰ ਜੀ ਦਾ ਸ਼ਬਦ ਜਿਹੜਾ ਹੈਗਾ ਬਹੁਤ ਹੀ ਅੱਖਾਂ ਖੋਲਣ ਵਾਲਾ ਸੀਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਵੀਰ ਜੀ। ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਭਾਈ। ਇਹ ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨਾ। ਮੇਰੇ ਮਾਲਿਕ ਇੱਕ ਅਰਦਾਸ ਕਰਾ ਰਹੇ ਹੈ ਸਰੀਰ, ਉਹਨਾਂ ਦਾ ਜੀਵਨ ਸਾਥੀ ਨਾਂ ਸੁਰਿੰਦਰ ਸਿੰਘ ਸਹੋਤਾ, ਜੋ ਉਹਨਾਂ ਨੂੰ ਸਦੀਵੀ ਵਿਛੋੜਾ ਦੇ ਗਏ ਨੇ। ਉਹ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੋ, ਆਪਣੇ ਚਰਨਾਂ ਵਿੱਚ ਜਗ੍ਹਾ ਬਖਸ਼ੋ। ਮੇਰੇ ਮਾਲਿਕ ਮਿਹਰ ਕਰੋ ਤਾਂ ਜੋ ਉਹ ਆਪਣਾ ਜੀਵਨ ਇੱਕ ਚੰਗੇ ਤਰੀਕੇ ਨਾਲ ਅਗਲਾ ਵੀ ਬਤੀਤ ਕਰ ਸਕਣ। ਆਪ ਜਾਨੀ ਜਾਣ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਸਾਧ ਸੰਗਤ ਜੀ ਹੁਣ ਤੁਸੀਂ ਚੁੱਪ ਹੋ ਜਾਓ ਵਾਹਿਗੁਰੂ 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 ਜੀ ਕਾ ਖਾਲਸਾ